रूस यूक्रेन का मसला किवें हल होगा किवें नहीं होगा। अगर ਹੁਣ ਸਾਡੇ ਦੋ ਜਿਹੜੇ ਮੇਜਰ ਦੋਸਤ ਹੈਗੇ ਨੇ ਉਹ ਲੜਨ ਲੱਗ ਜਾਣੇ ਦੂਜੇ ਨਾਲ ਤੇ ਨੁਕਸਾਨ ਤਾਂ ਫਿਰ ਸਾਨੂੰ ਹੋਏਗਾ। इस पूरे संदर्भ ਦੇ ਵਿਚਾਲੇ ਚਾਈਨਾ ਅਮਰੀਕਾ ਨਾਲੋਂ ਵੱਧ ਪਾਵਰਫੁਲ ਹੋਣ ਦੀ ਕੋਸ਼ਿਸ਼ ਵਿੱਚ ਹੈ। ਚਾਈਨਾ ਔਰ ਯੂਐਸ ਬੜੀ ਬੁਰੀ ਤਰ੍ਹਾਂ ਇੱਕ ਦੂਜੇ ਨਾਲ ਕੰਪੀਟ ਕਰ ਰਹੇ ਨੇ। ਇਮਰਾਨ ਖਾਨ ਦੀ ਰਸ਼ੀਆ ਦੇ ਨਾਲ ਨਜ਼ਦੀਕੀ, ਚਾਈਨਾ ਦੇ ਨਾਲ ਪਹਿਲਾਂ ਹੀ ਕਲੋਜ਼ ਹੈ, ਉਹ ਸਾਡੇ ਲਈ ਖਤਰਾ ਹੈ ਕਿ ਅੱਜ ਪੀਓਕੇ ਵਿੱਚ ਸੀਪੈਕ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਾ ਰਿਹਾ ਉਸ ਤੇ ਸਾਡਾ ਬੜਾ ਵੱਡਾ ਡਿਪਲੋਮੈਟਿਕ ਸਟੈਂਡ ਹੈ। ਫਿਰ ਸਾਡਾ ਪੀਓਕੇ ਤੇ ਸਟੈਂਡ ਹੋ ਰਿਹਾ ਤੇ ਰੂਸ ਯੂਕਰੇਨ ਤੇ ਸਟੈਂਡ ਹੋ ਰਿਹਾ। ਤਾਂ ਪੁਟਿਨ ਦੀ ਡੋਮੈਸਟਿਕ ਸਪੋਰਟ ਦੋ ਚੀਜ਼ਾਂ ਤੇ ਡਿਪੈਂਡੈਂਟ ਹੈ। ਹੀ ਹੈਜ਼ ਟੂ ਕ੍ਰੀਏਟ ਦੀ ਐਂਟੀ ਵੈਸਟ ਬੋਗੀ, ਜਿਸ ਤਰ੍ਹਾਂ ਇੰਡੀਆ ਪਾਕਿਸਤਾਨ ਦੀ ਬੋਗੀ ਕ੍ਰੀਏਟ ਕਰਦਾ। RIC ਤੇ ਸਾਰਾ ਇੰਪੈਕਟ ਪੈਣ ਲੱਗਾ। ਇੰਡੀਆ ਨੂੰ ਸਭ ਤੋਂ ਜ਼ਿਆਦਾ ਥ੍ਰੈਟ ਇਜ਼ ਆਫ ਚਾਈਨਾ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਰੂਸ ਯੂਕਰੇਨ ਇਹਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ, ਪਰ ਇਸ ਚਰਚਾ ਦੇ ਵਿਚਾਲੇ ਕਈ ਸਵਾਲ ਦੱਬੇ ਹੋਏ ਨੇ ਤੇ ਉਹ ਸਵਾਲ ਹੈ ਭਾਰਤ ਨਾਲ ਰਿਸ਼ਤਾ ਰੱਖਣ ਵਾਲੇ, ਪਾਕਿਸਤਾਨ ਨਾਲ, ਚੀਨ ਨਾਲ, ਅਮਰੀਕਾ ਨਾਲ ਅਸੀਂ ਕਿੱਥੇ ਖੜੇ ਹਾਂ। ਬਹੁਤ ਸਾਰੇ ਸਵਾਲ ਹੈ ਕਿਉਂਕਿ ਇਸ ਰੀਜਨ ਦੀ ਅਸੀਂ ਗੱਲ ਨਹੀਂ ਕਰਦੇ ਪਏ ਤੇ ਜਦੋਂ ਅਸੀਂ ਅਸਰ ਦੀ ਗੱਲ ਕਰਦੇ ਹਾਂ ਫਿਰ ਅਸਰ ਵਿੱਚ ਭਾਰਤ ਕਿੱਥੇ ਖੜਾ ਹੈ, ਅਮਰੀਕਾ ਕਿੱਥੇ ਖੜਾ, ਉਹ ਸਾਰੇ ਸਵਾਲ ਹੋਣੇ ਲਾਜ਼ਮੀ ਹੈ। ਤੇ ਇਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ ਅਸੀਂ ਸਟੂਡੀਓ ਵਿੱਚ ਖਾਸ ਤੌਰ ਤੇ ਸੱਦਿਆ ਵਿਕਰਮਜੀਤ ਸਿੰਘ ਹਰਾਂ ਨੂੰ। ਵਿਕਰਮਜੀਤ ਸਿੰਘ ਵਾਰ ਕੋਰਸਪੋਂਡੈਂਟ ਨੇ, ਤਕਰੀਬਨ 3 ਦਹਾਕਿਆਂ ਤੋਂ ਪੱਤਰਕਾਰਤਾ ਕਰ ਰਹੇ ਹੈ ਤੇ ਇਸ ਪੱਤਰਕਾਰਤਾ ਦੇ ਵਿਚਾਲੇ ਉਹਨਾਂ ਨੇ ਕਾਰਗਿਲ ਨੂੰ ਕਵਰ ਕੀਤਾ, ਕਸ਼ਮੀਰ ਦੀਆਂ ਸਰਹੱਦਾਂ ਤੇ ਕਵਰੇਜ ਕੀਤੀ ਹੈ ਜਿੱਥੇ ਗੋਲੀਬਾਰੀ ਹੁੰਦੀ ਪਈ ਸੀ, ਉੱਥੇ ਵਿਕਰਮਜੀਤ ਹਰਾਂ ਦੀ ਕਲਮ ਚੱਲਦੀ ਪਈ ਸੀਗੀ। ਬਹੁਤ ਸਾਰੇ ਸਵਾਲ ਉਹਨਾਂ ਤੋਂ ਸਮਝਣੇ ਜ਼ਰੂਰੀ ਹੈਗੇ ਕਿਉਂਕਿ ਇਹ ਡਿਫੈਂਸ ਐਨਲਿਸਟ ਵੀ ਨੇ, ਇਸ ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਆ, ਇਸ ਕਰਕੇ ਉਹਨਾਂ ਨੂੰ ਬੁਲਾਇਆ। ਉਹ ਨਿੱਜੀ ਜਿਹੜੇ ਅੰਗਰੇਜ਼ੀ ਅਖਬਾਰ ਹੈ ਕਿ ਉਹਨਾਂ ਵਿੱਚ ਲੰਬਾ ਸਮਾਂ ਕੰਮ ਕਰ ਚੁੱਕੇ ਆ, ਹੁਣ ਫ੍ਰੀਲਾਂਸਿੰਗ ਉਹ ਆਰਟੀਕਲਸ ਲਿਖਦੇ ਰਹਿੰਦੇ ਆ ਤੇ ਉਹਨਾਂ ਦੀ ਚੰਗੀ ਸਮਝ ਹੈਗੀ ਹੈ, ਚੰਗੀ ਪਕੜ ਹੈਗੀ, ਇਸ ਕਰਕੇ ਉਹਨੂੰ ਸੱਦਿਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਸਹੀ ਤਰੀਕੇ ਨਾਲ ਸਾਨੂੰ ਸਮਝਾ ਸਕਣ ਕਿ ਅਸਲ ਪ੍ਰੋਸਪੈਕਟਿਵ ਹੈ ਕੀ ਹੈ। ਵਿਕਰਮਜੀਤ ਸਿੰਘ, ਬਹੁਤ ਸਵਾਗਤ ਤੁਹਾਡਾ। ਥੈਂਕ ਯੂ KP ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲਣ ਲਈ ਐਂਡ ਤੁਹਾਡੇ ਬੜੀ ਇੰਟਰਨੈਸ਼ਨਲ ਆਡੀਅנס ਹੈ ਤੁਹਾਡੇ ਚੈਨਲ ਦੀ, ਸੋ ਥੈਂਕ ਯੂ ਵੈਰੀ ਮਚ। ਵਿਕਰਮਜੀਤ, ਅਸੀਂ ਜਿਹੜੇ ਸਵਾਲ ਛੱਡਦੇ ਵੇ ਮੈਂ ਉਹਨਾਂ ਸਵਾਲਾਂ 'ਤੇ ਆਉਣਾ ਚਾਹੁੰਦਾ। ਪਹਿਲਾਂ ਰੂਸ ਯੂਕਰੇਨ ਦਾ ਮਸਲਾ ਕਿਵੇਂ ਹੱਲ ਹੋਊਗਾ ਕਿਵੇਂ ਨਹੀਂ ਹੋਊਗਾ। ਮਸਲਾ ਇਹ ਹੈਗਾ ਕਿ ਭਾਰਤ ਦਾ ਸਟੈਂਡ ਕੀ ਹੈਗਾ ਤੇ ਭਾਰਤ ਦੇ ਸਟੈਂਡ ਦੇ ਵਿਚਾਲੇ ਕੀ ਅਸੀਂ ਆਪਦੇ ਆਪ ਨੂੰ ਜਸਟੀਫਾਈ ਕਰ ਸਕੇ ਕਿ ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ। ਦੇਖੋ, ਭਾਰਤ ਦੇ ਸਟੈਂਡ ਜਿਹੜਾ ਉਹ ਸਪਸ਼ਟ ਨਹੀਂ ਹੈਗਾ ਕਿਉਂਕਿ ਭਾਰਤ ਦੋਨੋਂ ਸਾਈਡਸ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਤੁਸੀਂ ਕੱਲ੍ਹ ਜਿਹੜਾ UN ਸਿਕਿਉਰਿਟੀ ਕਾਊਂਸਲ ਦਾ ਰੈਜ਼ੋਲੂਸ਼ਨ ਵੇਖਿਆ, ਉਹਦੇ ਵਿੱਚ ਭਾਰਤ ਨੇ ਇੱਕ ਸਾਈਡ ਤਾਂ ਅਬਸਟੇਨ ਕੀਤਾ, ਜਿਹੜਾ ਰੈਜ਼ੋਲੂਸ਼ਨ ਰਸ਼ੀਆ ਦੇ ਖਿਲਾਫ ਸੀਗਾ, ਜਿਹੜਾ US ਨੇ ਸਪਾਂਸਰ ਕੀਤਾ। ਦੂਜੀ ਸਾਈਡ ਜਿਹੜਾ ਭਾਰਤ ਦੀ ਸਟੇਟਮੈਂਟ ਸੀ ਕਿ ਅਸੀਂ ਕਿਉਂ ਅਬਸਟੇਨ ਕੀਤਾ, ਉਹਦੇ ਵਿੱਚ ਉਹਨਾਂ ਨੇ ਇਨਡਾਇਰੈਕਟਲੀ ਰਸ਼ੀਆ ਨੂੰ ਕ੍ਰਿਟਿਸਾਈਜ਼ ਕੀਤਾ। ਇਫ ਯੂ ਲੁੱਕ ਐਟ ਦ ਪੁਆਇੰਟਸ ਜਿਹੜੇ ਸਾਡੇ ਐਂਬੈਸਡਰ ਟੂ ਦ UN ਮਿਸਟਰ ਤਿਰੂਮੂਰਤੀ ਨੇ ਕੀਤਾ ਹੈ, ਉਹਨਾਂ 'ਚ ਉਹਨਾਂ ਨੇ ਕਿਹਾ ਕਿ ਜੀ ਵੀ ਸ਼ੁੱਡ ਫੋਲੋ ਦ UN ਚਾਰਟਰ, we should not violate territorial integrity, we should respect sovereignty, all member states of the UN should respect sovereignty, territorial integrity, we should not resort to violence, we should believe in negotiations and talks। ਸੋ ਇਹ ਬੜਾ ਹੈ, ਉਹਨਾਂ ਨੇ ਨਾ ਬੜਾ ਇੱਕ ਬੈਲੈਂਸਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਬਟ ਇਹ ਬੈਲੈਂਸਿੰਗ ਦੇ ਜਿਹੜੀ ਜੜ ਹੈ ਉਹ ਇਹ ਹੈ ਕਿ ਭਾਰਤ ਆਪਣੇ ਆਪ ਨੂੰ ਕੁਝ ਹੱਦ ਤੱਕ ਮਜਬੂਰੀ ਵਿੱਚ ਫੀਲ ਕਰ ਰਿਹਾ ਕਿਉਂਕਿ ਇਹ ਤੇ ਭਾਰਤ ਤੇ ਬਹੁਤ ਸੀਰੀਅਸ ਇੰਪਲੀਕੇਸ਼ਨਸ ਨੇ। ਲੱਗਦਾ ਸਾਨੂੰ ਤੇ ਇਹ ਹੈ ਕਿ ਯੂਕਰੇਨ ਰਸ਼ੀਆ ਲੜਾਈ ਹੋ ਰਹੀ ਹੈ, ਬੜੀ ਦੂਰ ਹੈ ਭਾਰਤ ਨੂੰ, ਪਰ ਇਹਦੀ ਇੰਪਲੀਕੇਸ਼ਨ ਸਾਡੇ ਤੇ ਬਹੁਤ ਨੇ। ਸਭ ਤੋਂ ਵੱਡੀ ਇੰਪਲੀਕੇਸ਼ਨ ਤਾਂ ਇਹ ਹੈ ਕਿ ਯੂਰਪ ਔਰ ਅਮਰੀਕਾ ਸਾਡੇ ਦੋਸਤ ਹੈਗੇ ਨੇ, ਯੂਰਪੀਅਨ ਯੂਨੀਅਨ, ਅਮਰੀਕਾ। ਦੂਜੀ ਸਾਈਡ ਰਸ਼ੀਆ ਸਾਡਾ ਬੜਾ ਪੁਰਾਣਾ ਦੋਸਤ ਹੈਗਾ। ਅਗਰ ਹੁਣ ਸਾਡੇ ਦੋ ਜਿਹੜੇ ਮੇਜਰ ਦੋਸਤ ਹੈਗੇ ਨੇ ਉਹ ਲੜਨ ਲੱਗ ਜਾਣੇ ਦੂਜੇ ਨਾਲ ਤੇ ਨੁਕਸਾਨ ਤਾਂ ਫਿਰ ਸਾਨੂੰ ਹੋਏਗਾ। ਸੋ ਪਹਿਲੀ ਇੰਪਲੀਕੇਸ਼ਨ ਤਾਂ ਇਹ। ਸੈਕੰਡ ਇੰਪਲੀਕੇਸ਼ਨ ਜਿਹੜੀ ਇਹ ਤੋਂ ਵੀ ਜ਼ਿਆਦਾ ਗੰਭੀਰ ਹੈ ਕਿ ਇਹ ਕਿਤੇ ਨਾ ਕਿਤੇ ਇਹ ਜਿਹੜੀ ਵਾਰ ਹੈ ਰਸ਼ੀਆ ਔਰ ਯੂਰਪੀਅਨ ਯੂਨੀਅਨ ਔਰ ਅਮਰੀਕਾ, ਦੋ ਸਾਈਡਸ ਅਲੱਗ ਹੋ ਗਈਆਂ ਨੇ, ਇਹ ਚਾਈਨਾ ਨੂੰ ਤਾਂ ਕਿਤੇ ਸਟਰੈਂਥਨ ਨਹੀਂ ਕਰਦਾ। ਮੈਂ ਇਹੀ ਸਵਾਲ ਕਰਨਾ ਚਾਹੁੰਦਾ ਸੀਗਾ,
ਇਸ ਪੂਰੇ ਸੰਦਰਭ ਦੇ ਵਿਚਾਲੇ ਚਾਈਨਾ ਅਮਰੀਕਾ ਨਾਲੋਂ ਵੱਧ ਪਾਵਰਫੁਲ ਹੋਣ ਦੀ ਕੋਸ਼ਿਸ਼ ਵਿੱਚ ਹੈ। ਚਾਈਨਾ ਤੇ ਦੇਖੋ UN ਦੀ ਅੱਜ ਜਿਹੜੀ ਸਮੱਸਿਆ ਆ ਰਹੀ ਹੈ, UN ਸਿਕਿਉਰਿਟੀ ਕਾਉਂਸਲ ਸਪੈਸ਼ਲੀ ਆਫਟਰ ਕੋਲਡ ਵਾਰ ਖਤਮ ਹੋਈ 1991 ਦੇ ਕੋਲ, ਜਦ ਸੋਵੀਅਤ ਯੂਨੀਅਨ ਬ੍ਰੇਕਡਾਊਨ ਹੋ ਗਿਆ, ਉਹਦੇ ਬਾਅਦ ਜਿਹੜੀਆਂ ਮੇਜਰ ਪਾਵਰ ਸੀਆਂ ਵਰਲਡ ਦੀਆਂ, ਜਾਂ ਇਟ ਵਾਸ ਯੂਨੀਪੋਲਰ ਵਰਲਡ, US ਵਾਸ ਸੁਪਰ ਪਾਵਰ ਐਂਡ ਦੂਜੀਆਂ ਮੇਜਰ ਪਾਵਰ ਸੀ। ਹੁਣ ਕੀ ਆ ਰਿਹਾ ਹੈ ਕਿ UN ਉਹਨੂੰ ਨੈਗੋਸ਼ੀਏਟ ਕਰ ਸਕਦਾ ਸੀ ਬਿਟਵੀਨ ਦ ਬਿਗ ਪਾਵਰਸ, ਜਿਹੜੀ ਗੇਮ ਚੱਲਦੀ ਸੀਗੀ। ਬਟ ਹੁਣ ਆਫਟਰ ਰਾਈਜ਼ ਆਫ ਚਾਈਨਾ ਇਨ ਦ ਲਾਸਟ ਸੇ 10 years ਸਪੈਸ਼ਲੀ, ਹੁਣ ਦੁਨੀਆ ਦੇਖ ਰਿਹਾ ਵਾਟ ਇਜ਼ ਕਾਲਡ ਗ੍ਰੇਟ ਪਾਵਰ ਕੌਨਫਲਿਕਟ। ਚਾਈਨਾ ਔਰ US ਬੜੀ ਬੁਰੀ ਤਰ੍ਹਾਂ ਇੱਕ ਦੂਜੇ ਨਾਲ ਕੰਪੀਟ ਕਰ ਰਹੇ ਨੇ, ਔਰ UN ਸਿਕਿਉਰਿਟੀ ਕਾਉਂਸਲ ਇਹਨੂੰ ਹੈਂਡਲ ਨਹੀਂ ਕਰ ਸਕਦਾ। ਵਜ੍ਹਾ ਬੜੀ ਸਿੰਪਲ ਹੈ ਕਿ ਜਿਹੜੀ UN ਸਿਕਿਉਰਿਟੀ ਕਾਉਂਸਲ ਹੈ, ਉਹਦੇ ਜਿਹੜੇ 5 ਮੈਂਬਰਸ ਨੇ ਉਹ ਸਾਰੇ ਹੈਗੇ ਨੇ ਪਾਵਰਫੁਲ ਨੇਸ਼ਨ, ਔਰ ਤੁਸੀਂ ਦੇਖਿਆ ਕਿ US ਜਿਹੜਾ ਉਹ UN ਦੀ ਪਰਵਾਹ ਨਹੀਂ ਕਰਦਾ। ਉਹਨੇ ਜਦ ਇਨਵੇਡ ਕਰਨਾ ਹੋਏ, ਜਿਸ ਤਰ੍ਹਾਂ ਅਫਗਾਨਿਸਤਾਨ ਨੂੰ ਇਨਵੇਡ ਕਰਨਾ ਹੈਗਾ, ਜਾਂ ਲਿਬੀਆ ਵਿੱਚ ਜਾ ਕੇ ਨੇਟੋ ਨਾਲ ਇਨਵੇਡ ਕਰਨਾ ਹੈ, ਜਾਂ ਇਰਾਕ ਵਿੱਚ ਜੰਗ ਪਾਉਣਾ, ਜਾਂ ਈਰਾਨ ਦੇ ਨਾਲ ਜਿਹੜੀ UN ਦੀ ਡੀਲ ਹੋਈ ਸੀਗੀ, ਤੇ ਅੰਡਰ ਟਰੰਪ they broke down the deal with the nuclear deal with Iran, the US. ਸੋ ਉਹਨਾਂ ਨੂੰ ਜਦ ਗ੍ਰੇਟ ਪਾਵਰਸ ਨੂੰ ਆਪਣਾ ਇੰਟਰਸਟ ਦਿਖਦਾ, ਫਿਰ ਉਹ UN ਨੂੰ ਬਾਈਪਾਸ ਕਰ ਦਿੰਦੇ ਨੇ, ਔਰ ਜਦ ਉਹਨਾਂ ਨੂੰ ਸੂਟ ਕਰਦਾ ਹੈ ਤੇ ਉਹ UN ਨੂੰ ਯੂਜ਼ ਕਰਕੇ ਦੂਜਿਆਂ ਨੂੰ ਦਬਾਉਂਦੇ ਨੇ। ਫਿਰ ਕਹਿਣ ਲੱਗ ਜਾਣਗੇ ਦੇਖੋ ਜੀ UN ਰੈਜ਼ੋਲੂਸ਼ਨ ਆ ਜੀ, UN ਚਾਰਟਰ ਇਹ ਹੈਗਾ ਜੀ, UN ਸਿਕਿਉਰਿਟੀ ਕਾਉਂਸਲ ਦੀ ਰੈਜ਼ੋਲੂਸ਼ਨ ਆ ਹੈਗੀ ਜੀ, UN ਦੇ ਰੂਲਸ ਇਹ ਹੈਗੇ ਨੇ। ਫਿਰ ਉਹ ਕੋਟ ਕਰਨ ਲੱਗ ਮੈਂ ਇੱਕ ਸ਼ਬਦ ਵਰਤ ਲਵਾਂ, ਹੋ ਸਕਦਾ ਤੁਹਾਨੂੰ ਪਸੰਦ ਨਾ ਆਵੇ। UN US ਦਾ ਪਪਟ ਹੈ। ਦੇਖੋ UN US ਦਾ ਪਪਟ ਵੀ ਨਹੀਂ ਹੈ। UN ਫਿਰ ਹੈ ਕੀ ਹੈ? UN was envisaged as an omnipotent multilateral forum, ਕਿਉਂਕਿ ਯੂਰਪ ਨੇ 2 ਵਰਲਡ ਵਾਰਸ ਦੇਖੀਆਂ ਤੇ ਦੇ ਰਿਅਲਾਈਜ਼ ਕਿ ਸਾਨੂੰ ਇੱਕ ਮਲਟੀਲੈਟਰਲ ਫੋਰਮ। ਤੁਸੀਂ ਕਹਿ ਰਹੇ ਹੋ ਨਾ UN ਨੂੰ US ਵਰਤਦਾ ਆਪਦੇ ਤਰੀਕੇ ਨਾਲ। ਬਿਲਕੁਲ ਵਰਤਦਾ, ਚਾਈਨਾ ਵੀ ਵਰਤਦਾ ਹੈ, ਰਸ਼ੀਆ ਵੀ ਵਰਤੇਗਾ। ਦੇਖੋ ਕੱਲ ਜਿਹੜਾ UN ਸਿਕਿਉਰਿਟੀ, ਨਹੀਂ ਫਿਰ ਜਿਹੜੇ ਗ੍ਰੇਟ ਪਾਵਰ ਹੈ 5 ਕੰਟਰੀਜ਼ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਉਹੀ ਵਰਤਦੇ ਆ ਮੋਰ ਔਰ ਲੈਸ, ਉਹ ਜ਼ਿਆਦਾ ਵਰਤੇ ਨੇ, ਬਿਕੋਜ਼ ਦੇ ਆਰ ਪਾਰਟ ਆਫ UN ਸਿਕਿਉਰਿਟੀ ਕਾਉਂਸਲ ਪਰਮਾਨੈਂਟ 5, ਦੇ ਕੈਨ ਵੀਟੋ ਐਨੀਥਿੰਗ। ਤੁਸੀਂ ਇੰਟਰਸਟਿੰਗ ਗੱਲ ਦੇਖੋ ਕਿ ਕੱਲ ਜਿਹੜਾ ਰਸ਼ੀਆ ਦੇ ਖਿਲਾਫ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਅਮਰੀਕਾ ਔਰ ਅਲਬੇਨੀਆ ਨੇ ਕਿਹਾ, ਉਹ ਵੀਟੋ ਕਿਹਨੇ ਕੀਤਾ? ਉਹ ਰਸ਼ੀਆ ਨੇ ਆਪ ਵੀਟੋ ਕੀਤਾ। ਰਸ਼ੀਆ ਨੇ ਆਪ ਵੀਟੋ ਕੀਤਾ ਕਿਉਂਕਿ ਮਹੀਨੇ ਦਾ ਜਿਹੜਾ ਰੋਟੇਸ਼ਨ ਹੈਗੀ, ਬਿਕਾਜ਼ ਆਲਸੋ ਇਟ ਇਜ਼ ਪਾਰਟ। ਨਹੀਂ ਫਿਰ ਮੈਂ ਇਹ ਵੀ ਸਮਝਣਾ, ਰਸ਼ੀਆ ਨੇ ਪੂਰੀ ਪਲਾਨਿੰਗ ਕੀਤੀ ਹੈ। ਜਦੋਂ ਚਾਈਨਾ ਦੇ ਵਿੱਚ ਗੇਮਸ ਹੁੰਦੀਆਂ, ਉਹਦੀ ਕਲੋਜ਼ਿੰਗ ਹੁੰਦੀ ਹੈ, ਅਸੀਂ ਉਹ ਵੀ ਦੇਖਦੇ ਪਏ ਹਾਂ। ਅਸੀਂ ਇਹ ਵੀ ਦੇਖਦੇ ਪਏ ਹਾਂ ਕਿ ਵੀਟੋ ਪਾਵਰ ਹੈ ਜਿਹੜੀ ਉਹ ਰਸ਼ੀਆ ਕੋਲੇ ਜਦੋਂ ਆ ਰਹੀ ਹੈ, ਉਦੋਂ ਇਹ ਸਭ ਕੁਝ ਕੀਤਾ ਜਾ ਰਿਹਾ। ਨਹੀਂ, ਰਸ਼ੀਆ ਦੀ ਤਾਂ ਪਰਮਾਨੈਂਟ ਵੀਟੋ ਪਾਵਰ ਹੈ ਨਾ। ਤੁਸੀਂ ਜਿਹੜੇ 5 ਮੈਂਬਰਸ ਨੇ ਆਫ ਦ ਪਰਮਾਨੈਂਟ 5 P5 ਆਫ ਦ UN ਸਿਕਿਉਰਿਟੀ ਕਾਉਂਸਲ, ਦੇ ਕੈਨ ਵੀਟੋ ਐਨੀ ਰੈਜ਼ੋਲੂਸ਼ਨ ਆਫ ਦ ਸਿਕਿਉਰਿਟੀ ਕਾਉਂਸਲ। ਅਮਰੀਕਾ, ਰਸ਼ੀਆ, ਚਾਈਨਾ, UK ਐਂਡ ਫਰਾਂਸ, ਇਹ ਕਿਸੇ ਵੀ ਰੈਜ਼ੋਲੂਸ਼ਨ ਨੂੰ 5 ਮੈਂਬਰਸ ਦੀ ਪਾਵਰ ਹੈ ਟੂ ਵੀਟੋ। ਅਗਰ ਇੱਕ ਵੀ ਵੀਟੋ ਕਰ ਗਿਆ, ਉਹ ਖਤਮ ਹੈ ਰੈਜ਼ੋਲੂਸ਼ਨ। ਤੇ ਫਿਰ ਰੈਜ਼ੋਲੂਸ਼ਨ ਦਾ ਮਤਲਬ ਕੀ ਹੈ? ਜੋ ਸਾਰਿਆਂ ਨੂੰ ਪਤਾ ਸੀਗਾ ਵੀ ਉਹ ਵੀਟੋ ਵਾਲੀ ਪਾਵਰ ਰਸ਼ੀਆ ਕੋਲ ਹੈਗੀ, ਫਿਰ ਇਹਦਾ ਮਤਲਬ ਕੀ ਹੈ? ਵੈਰੀ ਗੁੱਡ ਕੁਐਸਚਨ। ਅੱਜ ਕੱਲ ਬਿਕੋਜ਼ ਆਪਾਂ ਜੜ ਤੇ ਆ ਗਏ, UN ਦੀ ਜਿਹੜੀ ਪਾਵਰ ਬਹੁਤ ਘੱਟ ਹੋ ਗਈ ਹੈ। ਹੁਣ ਤੁਸੀਂ UN ਸਿਕਿਉਰਿਟੀ ਸੈਕਟਰੀ ਜਨਰਲ ਦੀ ਸਟੇਟਮੈਂਟ ਦੇਖੋ, ਜਿਹੜਾ ਉਹਨਾਂ ਸੈਕਟਰੀ ਜਨਰਲ, ਕਿੰਨੀ ਹੈਲਪਲੈਸ ਸਟੇਟਮੈਂਟ ਉਹਦੀ। ਉਹ ਮਿੰਨਤਾਂ ਕਰ ਰਿਹਾ ਹੈ ਰਸ਼ੀਆ ਨੂੰ ਕਿ ਤੁਸੀਂ ਬਸ ਕਰੋ ਬਾਈ। ਇਹ UN ਸੈਕਟਰੀ ਜਨਰਲ ਦੀ ਪਾਵਰ ਹੈਗੀ। ਸੋ ਹੁਣ ਕੀ ਹੋ ਰਿਹਾ ਹੈ ਕਿ ਇਹਨਾਂ ਨੇ ਜਿਹੜੀ ਵੱਡੀਆਂ ਕੰਟਰੀਜ਼ ਨੇ, ਇਹ UN ਨੂੰ ਪਬਲਿਕ ਡਿਪਲੋਮੇਸੀ ਲਈ ਯੂਜ਼ ਕਰ ਰਹੇ ਨੇ ਫॉर ਨੈਰੇਟਿਵ ਬਿਲਡਿੰਗ, ਨਾਟ ਫॉर ਇਫੈਕਟਿਵ ਇੰਟਰਵੈਂਸ਼ਨ ਬਟ ਫॉर ਨੈਰੇਟਿਵ ਬਿਲਡਿੰਗ। ਅਸੀਂ ਸਿਰ ਪਰਸੈਪਸ਼ਨ ਤੇ ਕੰਮ ਕਰ ਰਹੇ ਹਾਂ। ਪਰਸੈਪਸ਼ਨ ਮੈਨੇਜਮੈਂਟ ਹੋ ਰਹੀ ਹੈ ਥਰੂ UN ਦਾ ਠੱਪਾ ਲਾ ਕੇ, ਬਟ UN ਅਦਰਵਾਈਜ਼ ਹੈਲਪਲੈਸ ਹੈ। ਤੇ ਇੱਥੇ ਵੀ ਸਾਡੇ ਭਾਰਤ ਦੇ ਵਿੱਚ ਵੀ ਪਰਸੈਪਸ਼ਨ ਬਿਲਡਿੰਗ ਹੋ ਰਹੀ ਹੈ। ਜਦੋਂ ਯੂਕਰੇਨ ਦਾ ਇੱਥੇ ਇੱਕ ਟਵੀਟ ਹੁੰਦਾ, ਜਦੋਂ ਸਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਇੰਟਰਵੀਨ ਕਰੋ, ਉਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਅਸੀਂ ਬੜੇ ਪਾਵਰਫੁਲ ਹਾਂ। ਤੁਸੀਂ ਉਹ ਮੰਨਦੇ ਨਹੀਂ? ਨਹੀਂ, ਮੈਂ ਬਿਲਕੁਲ ਨਹੀਂ ਮੰਨਦਾ ਕਿ ਇੰਡੀਆ ਵਿੱਚ ਇੰਡੀਆ ਜੋ BJP ਔਰ ਦੇ ਆਈਡੀਓਲੋਗਸ ਨੇ ਜਾਂ ਉਹਨਾਂ ਦੇ ਮੀਡੀਆ ਵਿੱਚ ਸਪੋਰਟਰਸ ਨੇ, ਉਹਨਾਂ ਨੇ ਮੋਦੀ ਜੀ ਨੂੰ ਇੱਕ ਵਿਸ਼ਵ ਗੁਰੂ ਜਿਹਾ ਬਣਾਇਆ ਹੋਇਆ ਹੈ ਕਿ ਇਹ ਦੁਨੀਆ ਦੇ ਵੱਡੇ ਲੀਡਰਾਂ ਨਾਲ ਗੱਲਾਂ ਕਰਦੇ ਨੇ ਤੇ ਉਹਨਾਂ ਦੀ ਪਾਲਿਸੀਜ਼ ਨੂੰ ਇਨਫਲੂਐਂਸ ਕਰਦੇ ਨੇ। ਤੇ ਇਹ ਭੁਲੇਖਾ ਮੈਨੂੰ ਲੱਗਦਾ ਯੂਕਰੇਨ ਦੇ ਐਂਬੈਸਡਰ ਟੂ ਇੰਡੀਆ ਜਿਹੜੇ ਹੈਗੇ ਨੇ,
ਉਹਨਾਂ ਇਸ ਭੁਲੇਖੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਮੋਦੀ ਜੀ ਔਰ ਇੰਡੀਆ ਬੜੀ ਪਾਵਰਫੁਲ ਹੈ, ਉਹ ਰਸ਼ੀਆ ਨਾਲ ਗੱਲ ਕਰਕੇ ਜੰਗ ਨੂੰ ਐਂਡ ਕਰ ਸਕਦੀ ਹੈ। ਉਹਦੇ ਬਾਅਦ ਮੋਦੀ ਜੀ ਦੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨਾਲ ਗੱਲ ਹੋਈ, ਪਰ ਪੁਟਿਨ ਨੇ ਜੰਗ ਤਾਂ ਨਹੀਂ ਐਂਡ ਕੀਤੀ। ਮੋਦੀ ਜੀ ਦੀ ਇੰਨੀ ਗੱਲ ਹੋਈ ਹੈ ਕਿ ਉਹਨਾਂ ਨੇ ਮੋਦੀ ਜੀ ਨੂੰ ਕਿਹਾ ਪੁਟਿਨ ਨੂੰ ਕਿ ਤੁਸੀਂ ਵਾਇਲੈਂਸ ਨਾ ਕਰੋ ਤੇ ਸਾਡੇ ਜਿਹੜੇ ਯੂਕਰੇਨ ਵਿੱਚ ਸਟੂਡੈਂਟਸ ਨੇ ਇੰਡੀਆ, ਉਹਨਾਂ ਦੀ ਤੁਸੀਂ ਹਿਫਾਜ਼ਤ ਕਰੋ, ਠੀਕ ਹੈ। ਸੋ ਉਹਦਾ ਕੀ ਮਤਲਬ ਹੈ ਕਿ ਮੋਦੀ ਜੀ ਤੋਂ ਸਿਰਫ ਰਿਕੁਐਸਟ ਕੀਤੀ ਕਿ ਸਾਡੇ ਇੰਟਰਸਟ ਬਚਾ ਲੈਣਾ। ਸੋ ਮੋਦੀ ਜੀਜ਼ ਅਬਿਲਿਟੀ ਟੂ ਇਨਫਲੂਐਂਸ ਵਰਲਡ ਇਵੈਂਟਸ ਇਜ਼ ਵੈਰੀ ਲਿਮਿਟਿਡ। ਆਲਦੋ ਇਹਨਾਂ ਨੇ ਇੰਡੀਆ ਵਿੱਚ ਇੱਕ ਇਹ ਪਰਸੈਪਸ਼ਨ ਮੈਨੇਜਮੈਂਟ ਬਣਾ ਕੇ ਔਰ ਸਾਡੇ ਜਿਹੜੇ ਡੋਮੈਸਟਿਕ ਵੋਟਰਸ ਨੇ ਉਹਨਾਂ 'ਤੇ ਨਾ ਇੱਕ ਕਹਿੰਦੇ ਨਾ ਕਿਉਂ ਤੁਸੀਂ ਕਹਿ ਲਓ ਉਹਨਾਂ ਨੂੰ ਮੈਨੀਪੂਲੇਟ ਕਰਨ ਲਈ ਕਿ ਮੋਦੀ ਜੀ ਬਹੁਤ ਵੱਡੇ ਵਿਸ਼ਵ ਗੁਰੂ ਨੇ ਤੇ ਉਹ ਦੁਨੀਆ ਦੇ ਇਨਫਲੂਐਂਸ ਕਰਨਗੇ ਤਾਂ ਲੋਕੀ ਵੋਟਾਂ ਪਾ ਦਿੰਦੇ। ਅਸੀਂ ਪ੍ਰੈਸ਼ਰ ਗਰੁੱਪ ਨਹੀਂ ਹੈਗੇ। No, we are just a regional power. ਚਲੋ ਮੈਂ ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਰੀਜਨਲ ਪਾਵਰ ਦੀ ਗੱਲ ਕਰਦੇ ਪਏ ਵਿਕਰਮਜੀਤ, ਪਰ ਇਸ ਰੀਜਨਲ ਪਾਵਰ ਦੇ ਵਿਚਾਲੇ ਤੇਲ ਗੈਸ ਦੀ ਸਾਰੇ ਗੱਲ ਕਰਦੇ ਪਏ, ਪਰ ਉਸ ਤੇਲ ਗੈਸ ਦੇ ਵਿਚਾਲੇ ਸਾਨੂੰ ਇਹ ਸਮਝਣਾ ਪਵੇਗਾ ਜਿਹੜਾ ਸਾਡਾ ਭੂਗੋਲਿਕ ਸਥਿਤੀ ਹੈ, ਭੂਗੋਲਿਕ ਢਾਂਚਾ ਹੈ ਸਾਡਾ, ਉੱਥੇ ਇਹਦਾ ਕਿੰਨਾ ਅਸਰ ਹੋਊਗਾ। ਯੂਕਰੇਨ ਸਾਡੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ, ਰਸ਼ੀਆ ਸਾਡੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ, ਪਰ ਗਲੋਬਲ ਆਰਡਰ ਹੁਣ ਚੇਂਜ ਹੋਣ ਜਾ ਰਿਹਾ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵਿਕਰਮਜੀਤ ਸਿੰਘ ਸਾਡੇ ਨਾਲ ਮੌਜੂਦ ਹੈਗੇ। ਵਿਕਰਮਜੀਤ ਸਿੰਘ, ਮੈਂ ਇਹ ਮਹਿਸੂਸ ਕਰ ਰਿਹਾ, ਹਾਲਾਂਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ, ਅਸੀਂ ਆਪਦੇ ਆਪ ਨੂੰ ਉਸ ਤਰੀਕੇ ਪੇਸ਼ ਵੀ ਨਹੀਂ ਕਰਦੇ ਕਿ ਸਾਨੂੰ ਬਹੁਤ ਪਤਾ ਹੈਗਾ, ਪਰ ਮੈਨੂੰ ਇਹ ਲੱਗਦਾ ਕਿ ਗਲੋਬਲ ਆਰਡਰ ਚੇਂਜ ਹੋਣ ਜਾ ਰਿਹਾ। ਤੁਹਾਨੂੰ ਇਹ ਲੱਗਦਾ? ਬਿਲਕੁਲ ਚੇਂਜ ਹੋਣ ਜਾ ਰਿਹਾ, ਬਿਲਕੁਲ ਚੇਂਜ ਹੋਣ ਜਾ ਰਿਹਾ। ਐਂਡ ਤੁਸੀਂ ਇਹਦੀ ਮੈਨੀਫੈਸਟੇਸ਼ਨ ਨਹੀਂ ਦੇਖ ਲਓ ਕਿ ਅੱਜ ਫਰਾਂਸ ਦੇ ਪ੍ਰੈਜ਼ੀਡੈਂਟ ਦੀ ਸਟੇਟਮੈਂਟ ਆਈ ਹੈ ਮੈਕਰੋਨ ਦੀ ਕਿ ਜਿਹੜਾ ਰਸ਼ੀਆ ਯੂਕਰੇਨ ਦਾ ਜਿਹੜਾ ਵਾਰ ਕੌਨਫਲਿਕਟ ਛਿੜ ਗਿਆ ਇਹ ਬੜੀ ਦੇਰ ਚੱਲਣਾ, ਔਰ ਅਗਰ ਇਹ ਜ਼ਿਆਦਾ ਦੇਰ ਚੱਲਣਾ ਇਹਦਾ ਇਹ ਮਤਲਬ ਹੋਇਆ ਕਿ ਰਸ਼ੀਆ ਵਿਲ ਬੀ ਫਾਈਟਿੰਗ ਵਿਦ ਦੀ ਯੂਰੋਪੀਅਨ ਐਂਡ ਅਮਰੀਕਨ ਪਾਵਰ ਫॉर ਅ ਲੌਂਗ ਟਾਈਮ। ਸੇ ਉਹਦਾ ਗਲੋਬਲ ਆਰਡਰ ਤੇ ਬਹੁਤ ਵੱਡਾ ਅਸਰ ਪੈਣਾ। ਉਹਦਾ ਕੀ ਹੋਣਾ ਹੈ ਕਿ ਯੂਰਪ ਔਰ ਅਮਰੀਕਾ ਦੀ ਜਿਹੜੀ ਇੰਟੈਂਸ਼ਨ ਔਨ ਐਨਰਜੀਜ਼ ਨੇ ਉਹ ਹੋ ਜਾਣਗੀਆਂ ਫੋਕਸਡ ਔਨ ਰਸ਼ੀਆ ਟੂ ਕੀਪ ਦ ਰਸ਼ੀਅਨ ਥ੍ਰੈਟ ਐਟ ਬੇ, ਰਾਈਟ, ਕਿ ਰਸ਼ੀਆ ਨੂੰ ਅਸੀਂ ਕੰਟੇਨ ਕਰੀਏ। ਤਾਂ ਉਹਨਾਂ ਦੀ ਅਟੈਂਸ਼ਨ ਇੰਡੋ ਪੈਸੀਫਿਕ ਵਿੱਚ ਔਨ ਚਾਈਨਾ, ਜਿਹੜਾ ਬਹੁਤ ਵੱਡਾ ਕੰਪੀਟੀਟਰ ਹੈਗਾ, ਕੌਨਫਲਿਕਟ ਵੀ ਚਾਈਨਾ ਨਾਲ ਹੈਗਾ ਵੈਸਟ ਦਾ ਔਰ ਅਮਰੀਕਾ ਦਾ, ਉਹ 'ਤੇ ਇਹ ਅਟੈਂਸ਼ਨ ਘੱਟ ਜਾਏਗੀ ਔਰ ਉਹਦਾ ਨੁਕਸਾਨ ਸਾਡੇ 'ਤੇ ਹੋਏਗਾ। ਔਰ ਦੂਜੀ ਗੱਲ ਜਿਹੜੀ ਸਾਨੂੰ ਦਿਖ ਰਹੀ ਹੈ ਕਿ ਅਮਰੀਕਾ ਦਾ ਜਿਹੜਾ ਇੰਟਰਵੈਂਸ਼ਨਿਸਟ ਰੋਲ ਸੀ, ਅਮਰੀਕਾ ਵੀ ਹੁਣ ਉਹ ਕਰਨ ਨੂੰ ਤਿਆਰ ਨਹੀਂ ਹੈਗਾ। ਤੁਸੀਂ ਦੇਖੋ ਰਾਤੋਂ ਰਾਤ ਉਹ ਅਫਗਾਨਿਸਤਾਨ ਤੋਂ ਭੱਜ ਗਏ, ਛੱਡ ਕੇ ਨਿਕਲ ਗਏ ਅਮਰੀਕਾ। ਸੋ ਅਮਰੀਕਾ ਹੁਣ ਕੀ ਕਰ ਰਿਹਾ? ਅਮਰੀਕਾ ਸਿਰਫ ਸੈਂਕਸ਼ਨਸ ਦੀ ਗੱਲ ਕਰਦਾ। ਰਸ਼ੀਆ ਕਹਿੰਦਾ ਅਸੀਂ ਟੈਂਕਸ ਭੇਜਾਂਗੇ, ਅਮਰੀਕਾ ਕਹਿੰਦਾ ਅਸੀਂ ਸੈਂਕਸ਼ਨਸ ਕਰਾਂਗੇ। ਦੇਖੋ ਸੈਂਕਸ਼ਨਸ ਦੀ ਜਿਹੜੀ ਧਮਕੀ ਅਮਰੀਕਾ ਔਰ ਯੂਰੋਪੀਅਨ ਯੂਨੀਅਨ ਨੇ ਪੁਟਿਨ ਨੂੰ ਦਿੱਤੀ ਸੀ ਬਿਫੋਰ ਹੀ ਇਨਵੇਡਡ ਯੂਕਰੇਨ, ਪੁਟਿਨ ਨੂੰ ਰੋਕ ਨਹੀਂ ਸਕੀ। ਸੈਂਕਸ਼ਨਸ ਡਿਡ ਨਾਟ ਡਿਟਰ। ਨਹੀਂ, ਪੁਟਿਨ ਕੋਲੇ ਰਾਹ ਚਾਈਨਾ ਵਾਲਾ ਹੈ, ਇਸ ਲਈ ਨਹੀਂ ਰੋਕ ਸਕਿਆ। ਨਹੀਂ, ਪੁਟਿਨ ਕੋਲ ਰਾਹ, ਬਿਕੋਜ਼ ਦੇਖੋ ਪੁਟਿਨ ਇਜ਼ ਪਲੇਇੰਗ ਅ ਗੈਂਬਲ। ਉਹ ਕਹਿੰਦਾ ਮੈਂ ਲੜਨ ਨੂੰ ਤਿਆਰ ਹਾਂ, ਇਹਨਾਂ ਵਿੱਚੋਂ ਕੋਈ ਲੜਨ ਨੂੰ ਤਿਆਰ ਨਹੀਂ। ਉਹ ਲੜਨ ਨੂੰ ਕਿਉਂ ਤਿਆਰ ਹੈ? 1991 ਉਹਨਾਂ ਨੇ ਆਪਦੀ ਅੱਖੀ ਦੇਖਿਆ ਮਿਸਟਰ ਪੁਤਿਨ ਨੇ, ਤੇ ਉਦੋਂ ਬਾਅਦ ਮਿਸਟਰ ਪੁਤਿਨ ਪਾਵਰਫੁਲ ਹੋ ਕੇ ਆਏ ਆ। ਰਸ਼ੀਆ ਨੇ ਉਹਨਾਂ ਨੂੰ ਪਾਵਰਫੁਲ ਬਣਾਇਆ। ਪੁਤਿਨ ਕਹਿੰਦਾ ਕਿ ਜੋ ਮੈਂ ਹੁਣ ਕਰ ਰਿਹਾ ਹੋਰ ਕੋਈ ਨਹੀਂ ਕਰ ਸਕਦਾਗਾ। ਤੁਹਾਨੂੰ ਲੱਗਦਾ ਕਿ ਪੁਤਿਨ ਜੋ ਕਰ ਰਿਹਾ ਉਹ ਸਹੀ ਹੈ? ਨਹੀਂ, ਮੈਂ ਨਹੀਂ ਸਮਝਦਾ ਕਿ ਪੁਟਿਨ ਜੋ ਕਰ ਰਿਹਾ ਉਹ ਸਹੀ ਹੈ, ਕਿਉਂਕਿ ਫੰਡਾਮੈਂਟਲੀ ਤਾਂ ਗੱਲ ਇਹ ਹੈ ਕਿ ਇੱਕ ਯੂਕਰੇਨ ਛੋਟਾ ਜਿਹਾ ਦੇਸ਼ ਹੈ, ਸੋਵਰਨ ਸਟੇਟ ਹੈ, ਇੰਡੀਪੈਂਡੈਂਟ ਸਟੇਟ ਹੈ, ਟੈਰੀਟੋਰੀਅਲ ਸੋਵਰੇਨਿਟੀ ਉਹਦੇ ਉੱਪਰ ਤੁਸੀਂ ਹਮਲਾ ਕਰਕੇ ਬਾਏ ਅ ਬਿਗਰ ਪਾਵਰ ਉਹਨੂੰ ਕ੍ਰਸ਼ ਕਰ ਦਿਓ ਔਰ ਲੋਕਾਂ ਨੂੰ ਮਾਰੋ ਵਿਦ ਬੈਲਿਸਟਿਕ ਮਿਜ਼ਾਈਲਸ ਐਂਡ ਕਰੂਜ਼ ਮਿਜ਼ਾਈਲਸ ਫਾਇਰ ਕਰੋ, ਤੇ ਇਹ ਤਾਂ ਬਿਲਕੁਲ ਹੀ ਗਲਤ ਹੋ ਗਿਆ ਇੰਟਰਨੈਸ਼ਨਲ ਰਿਲੇਸ਼ਨਸ ਦਾ। ਨਹੀਂ, ਫਿਰ ਜਿਵੇਂ ਤੁਹਾਡੇ ਹਿਸਾਬ ਨਾਲ ਚੱਲਣਾ ਫਿਰ ਤਾਂ ਇੰਡੀਆ ਨੂੰ ਸਿੱਧਾ ਯੂਕਰੇਨ ਦੇ ਨਾਲ ਖੜ ਜਾਣਾ ਚਾਹੀਦਾ, ਜਿਵੇਂ ਤੁਹਾਡੇ ਹਿਸਾਬ ਨਾਲ ਸੋਚਣਾ। ਮੈਂ ਕਹਿੰਦਾ ਹੈ ਕਿ ਇੰਡੀਆ ਨੂੰ ਯੂਕਰੇਨ ਦੀ ਇਨਵੇਜਨ ਨੂੰ ਕੰਡੈਮ ਕਰਨਾ ਚਾਹੀਦਾ, ਕਿਉਂਕਿ ਇੰਡੀਆ ਕੰਡੈਮ ਕਰਦਾ ਹੈਗਾ ਕਿ ਚਾਈਨਾ ਸਾਡੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਔਰ ਸੋਵਰੇਨਿਟੀ ਵਾਇਲੇਟ ਕਰ ਰਿਹਾ ਲੱਦਾਖ। ਚਾਈਨਾ ਅਸੀਂ ਕੰਡੈਮ ਕਰਦੇ ਹਾਂ ਕਿਉਂਕਿ ਉਹ ਭੂਟਾਨ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਵਾਇਲੇਟ ਕਰ ਰਿਹਾ। ਅਸੀਂ ਡੋਕਲਮ ਕਿਉਂ ਕੀਤਾ 2017 ਵਿੱਚ? ਕਿਉਂ ਅਸੀਂ ਆਪਣੀ ਫੌਜ ਡੋਕਲਮ ਭੇਜੀ? ਕਿਉਂਕਿ ਚਾਈਨਾ ਨੇ ਭੂਟਾਨ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਚੈਲੰਜ ਕਰ ਲਈ। ਅੱਜ POK ਵਿੱਚ CPEC ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਾ ਰਿਹਾ ਹੈ, ਉਸ 'ਤੇ ਸਾਡਾ ਬੜਾ ਵੱਡਾ ਡਿਪਲੋਮੈਟਿਕ ਸਟੈਂਡ ਹੈ ਕਿ ਚਾਈਨਾ ਸਾਡੀ ਟੈਰੀਟੋਰੀਅਲ ਇੰਟੈਗ੍ਰਿਟੀ ਔਰ ਸੋਵਰੇਨਿਟੀ ਨੂੰ
ਵਾਇਲੇਟ ਕਰ ਰਿਹਾ ਇਨ ਪੀਓਕੇ, ਰਾਈਟ। ਸੋ ਅਗਰ ਸਾਡਾ ਸਟੈਂਡ ਹੈਗਾ ਟੂ ਅਪਹੋਲਡ ਸੋਵਰੇਨਿਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ, then Russia's invasion of Ukraine ਦਾ ਬਿਲਕੁਲ ਹੀ ਸਾਫ਼ ਐਗਜ਼ਾਮਪਲ ਹੈ ਨਾ ਕਿ ਉਹਨਾਂ ਨੇ ਨਹੀਂ ਫਿਰ ਸਾਡਾ ਪੀਓਕੇ ਤੇ ਸਟੈਂਡ ਹੋ ਰਿਹਾ ਤੇ ਰੂਸ ਯੂਕਰੇਨ ਤੇ ਸਟੈਂਡ ਹੋ ਰਿਹਾ। ਹਾਂ ਬਿਲਕੁਲ ਉਹੀ ਹੈ, ਉਹਦਾ ਮਤਲਬ ਤੇ ਇਹੀ ਹੈ। ਇਹ ਸਾਨੂੰ ਕਿਉਂ ਨਹੀਂ ਕੋਈ ਸਮਝਾ ਪਾ ਰਿਹਾ? ਕਿਉਂਕਿ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਵਿੱਚ ਇੱਕ ਤੇ ਹੁੰਦੀ ਹੈ ਪ੍ਰਿੰਸੀਪਲਸ ਕਿ ਤੁਹਾਡੇ ਅਸੂਲ ਕੀ ਨੇ। ਫੋਰ ਐਗਜ਼ਾਮਪਲ ਤੁਹਾਡਾ ਅਸੂਲ ਹੋ ਸਕਦਾ ਹੈ ਕਿ ਅਸੀਂ ਸੋਵਰੇਨਿਟੀ ਔਰ ਟੈਰੀਟੋਰੀਅਲ ਇੰਟੈਗ੍ਰਿਟੀ ਦੇ ਚੈਂਪੀਅਨ ਹੈਗੇ, ਜਾਂ ਰੂਲਸ ਬੇਸਡ ਇੰਟਰਨੈਸ਼ਨਲ ਆਰਡਰ ਦੇ ਚੈਂਪੀਅਨ ਹੈਗੇ। ਹੁਣ ਜਿਹੜੇ ਕੁਆਡ ਵਿੱਚ ਇੰਡੀਆ ਗੱਲ ਕਰਦਾ ਹੈ ਅਲੋਂਗ ਵਿਦ US, ਜਾਪਾਨ, ਆਸਟ੍ਰੇਲੀਆ, ਇਜ਼ ਅਬਾਊਟ ਰੂਲਸ ਬੇਸਡ ਇੰਟਰਨੈਸ਼ਨਲ ਆਰਡਰ ਨਾ। ਬਟ ਚਾਈਨਾ ਔਰ ਰਸ਼ੀਆ ਕੀ ਕਹਿ ਰਹੇ ਨੇ? ਚਾਈਨਾ ਕਹਿ ਰਹੀ ਹੈ ਸਾਊਥ ਚਾਈਨਾ ਸੀ ਮੇਰਾ ਸੀ ਹਿਸਟੋਰੀਕਲੀ, ਮੈਨੂੰ ਕੋਈ ਪਰਵਾਹ ਨਹੀਂ ਤੁਹਾਡੇ ਲਾਅ ਆਫ ਦ ਸੀਜ਼ ਆਫ UN ਲਾਅ ਆਫ ਦ ਸੀਜ਼, ਇਹ ਮੇਰਾ ਸਾਊਥ ਚਾਈਨਾ ਸੀ ਮੇਰਾ ਸੀ, ਮੈਂ ਵਾਪਸ ਲੈ ਰਿਹਾ। ਰਸ਼ੀਆ ਕਹਿ ਰਿਹਾ ਕਿ ਜਿਹੜਾ ਯੂਕਰੇਨ ਹੈ ਅਗਰ ਇਹ ਸੋਵਰਨ ਰਹੇਗਾ ਤੇ ਸਾਡੀ ਸਫੇਅਰ ਆਫ ਇਨਫਲੂਐਂਸ ਦੇ ਅੰਡਰ ਰਹੇਗਾ, ਅਦਰਵਾਈਜ਼ ਅਸੀਂ ਇਹਨੂੰ ਕ੍ਰਸ਼ ਕਰ ਦਾਂਗੇ। ਠੀਕ ਹੈ। ਪੁਟਿਨ ਦੀ ਤੁਸੀਂ ਸਟੇਟਮੈਂਟ ਦੇਖੋ ਰੀਸੈਂਟਲੀ ਜਿਹੜੀ ਆਈ ਹੈ ਕਿ ਸੋਵੀਅਤ ਯੂਨੀਅਨ ਨੇ ਯੂਕਰੇਨ ਨੂੰ ਸੋਵਰੇਨਿਟੀ ਦੇ ਕੇ ਗਲਤ ਕੰਮ ਕੀਤਾ। ਸੋ ਹੀ ਕ੍ਰਿਟਿਸਾਈਜ਼ ਲੈਨਿਨ ਐਂਡ the USSR's ਪੋਲੀਟੀਕਲ ਫਿਲਾਸਫੀ, ਹਿਸਟਰੀ ਨੂੰ ਐਡਰੈਸ ਕਰਦੇ ਪਏ। ਹਾਂ। ਸੋ ਹੀ ਪੁਟਿਨ ਗੱਲ ਕਰ ਰਿਹਾ ਆਫ ਦੀ ਗ੍ਰੇਟਨੈਸ ਆਫ ਦ ਰਸ਼ੀਅਨ ਐਮਪਾਇਰ। ਜਿਹੜਾ ਗ੍ਰੇਟ ਰਸ਼ੀਅਨ ਐਮਪਾਇਰ ਹੁੰਦਾ ਸੀ ਬਿਫੋਰ ਦ USSR, ਉਹਦੀ ਗੱਲ ਕਰ ਰਿਹਾ। ਉਹ ਵਾਪਸ ਲੈਣਾ, ਉਹ ਵਾਪਸ ਲੈ ਜਾਂ ਆਪਣੇ ਲੋਕਾਂ ਨੂੰ ਦੱਸੇ ਕਿ ਮੈਂ ਕੋਸ਼ਿਸ਼ ਕਰ ਰਿਹਾ ਵਾਪਸ ਲੈਣ ਦੀ। ਪੁਟਿਨ ਨੇ ਆਪਣੀ ਡੋਮੈਸਟਿਕ ਸਪੋਰਟ ਵੀ ਤੇ ਕਾਇਮ ਰੱਖਣੀ ਹੈ ਨਾ। ਸੋ ਪੁਟਿਨ ਦੀ ਡੋਮੈਸਟਿਕ ਸਪੋਰਟ ਦੋ ਚੀਜ਼ਾਂ ਤੇ ਡਿਪੈਂਡੈਂਟ ਹੈ। ਇੱਕ ਕਿ ਗ੍ਰੇਟ ਰਸ਼ੀਅਨ ਐਮਪਾਇਰ ਦੀ ਗੱਲ ਕਰਦਾ ਹੈ, ਦੂਜਾ ਐਂਟੀ ਵੈਸਟ। ਉਹ ਲੋਕਾਂ ਨੂੰ ਕਹਿੰਦਾ ਜੀ ਜਿਹੜਾ ਵੈਸਟ ਹੈ ਉਹ ਸਾਨੂੰ ਤੰਗ ਕਰਦਾ, ਹਰ ਚੀਜ਼ ਉਹਨੇ ਅਮਰੀਕਾ ਔਰ ਯੂਰੋਪੀਅਨ ਯੂਨੀਅਨ ਤੇ ਸੁੱਟਣੀ। ਹੀ ਹੈਜ਼ ਟੂ ਕ੍ਰੀਏਟ ਦੀ ਐਂਟੀ ਵੈਸਟ ਬੋਗੀ, ਜਿਸ ਤਰ੍ਹਾਂ ਇੰਡੀਆ ਪਾਕਿਸਤਾਨ ਦੀ ਬੋਗੀ ਕ੍ਰੀਏਟ ਕਰਦਾ ਔਰ ਪਾਕਿਸਤਾਨ ਤੇ ਹਰ ਚੀਜ਼ ਬਲੇਮ ਕਰਦਾ, ਜਿਹੜੇ ਸਪੈਸ਼ਲੀ BJP ਵਾਲੇ ਸੋਚਣ ਵਾਲੇ ਨੇ। ਉਹ ਸੇਮ ਵੇ ਪੁਟਿਨ ਵੀ ਬਲੇਮ ਕਰਦਾ ਹੈਗਾ ਵੈਸਟ ਨੂੰ। RIC ਤੇ ਸਾਰਾ ਇੰਪੈਕਟ ਪੈਣ ਵਾਲਾ ਦੇਖੋ RIC ਤੇ ਇੰਪੈਕਟ ਤਾਂ ਪਏਗਾ ਹੀ। ਹੁਣ ਨਾਓ ਵੀ ਕਮ ਟੂ ਦ ਬੇਸਿਕਲੀ KP ਵੀ ਕਮ ਟੂ ਦ ਫੰਡਾਮੈਂਟਲ ਕੁਐਸਚਨ ਆਫ ਇੰਡੀਆਜ਼ ਪੋਜੀਸ਼ਨ। ਇੰਡੀਆ ਨੂੰ ਸਭ ਤੋਂ ਜ਼ਿਆਦਾ ਥ੍ਰੈਟ ਇਜ਼ ਆਫ ਚਾਈਨਾ, ਸਭ ਤੋਂ ਵੱਡੀ ਥ੍ਰੈਟ, ਇਹ ਫੈਕਟ ਹੈ। ਹੁਣ ਅਗਰ ਰਸ਼ੀਆ ਕਮਸ ਅੰਡਰ ਪ੍ਰੈਸ਼ਰ ਫਰੋਮ ਦ ਵੈਸਟ, ਕਿਉਂਕਿ ਉਹਨਾਂ ਦੇ ਜਿਹੜੇ ਸੈਂਕਸ਼ਨਸ ਨੇ ਲੌਂਗ ਟਰਮ ਵਿੱਚ ਰਸ਼ੀਆ ਨੂੰ ਨੁਕਸਾਨ ਇਕਨੋਮਿਕਲੀ ਬੜਾ ਪੈਣਾ, ਉਹਦਾ ਹੁਣੇ ਨਹੀਂ ਪਏਗਾ, ਲੌਂਗ ਰਨ 'ਚ ਪਏਗਾ। ਤੁਸੀਂ ਦੇਖਿਆ ਸੀ US ਸੈਂਕਸ਼ਨ ਔਨ ਇਰਾਨ ਨੂੰ ਕਿੰਨੀ ਤਕਲੀਫ ਪਈ ਸੀ। ਜਸਟ ਸੀ ਹਾਊ ਵਾਟ ਇਰਾਨ ਫੇਸਡ ਬਿਕਾਜ਼ ਆਫ US ਸੈਂਕਸ਼ਨਸ, ਇਕਨੋਮਿਕ ਸੈਂਕਸ਼ਨਸ। ਸੋ ਰਸ਼ੀਆ ਵਿਲ ਬੀ getting more and more dependent on China for weapons, for diplomatic support, for international support, for ਜਿਹੜਾ ਰਸ਼ੀਆ ਦੇ ਐਨਰਜੀ ਸਪਲਾਈਜ਼ ਜਿਹੜੀ ਐਕਸਪੋਰਟ ਕਰਦੀ ਹੈ, ਅਗਰ ਯੂਰਪ ਉਹਨੂੰ ਬੰਦ ਕਰਦਾ ਤੇ ਚਾਈਨਾ ਨੂੰ ਵੇਚਣਗੇ। ਠੀਕ ਹੈ। ਸੋ ਚਾਈਨਾ ਤੇ ਡਿਪੈਂਡੈਂਟ ਹੋ ਗਏ। ਹੁਣ ਚਾਈਨਾ ਔਰ ਇੰਡੀਆ ਦੀ ਪੰਗਾ ਬਹੁਤ ਡੀਪ ਹੈ। ਸੋ ਪੁਟਿਨ ਇੰਡੀਆ ਨੂੰ ਵੈਪਨ ਸਪਲਾਈ ਕਰਦਾ, ਬੜੇ ਵੱਡੇ ਵੈਪਨਸ। ਔਰ ਸਭ ਤੋਂ ਵੱਡੀ ਗੱਲ KP ਜੀ, ਇਟਸ ਨਾਟ ਓਨਲੀ ਕਿ ਜਿਹੜੇ ਸਾਡੇ ਨਵੇਂ ਵੈਪਨਸ ਆਣੇ ਹੈ ਰਸ਼ੀਆ ਤੋਂ, ਜਿਹੜੀ ਸਾਡੀ 60% ਆਫ ਸਾਡੀ ਵੈਪਨਰੀ ਹੈ ਉਹ ਰਸ਼ੀਅਨ ਓਰੀਜਨ ਦੀ ਹੈਗੀ ਹੈ। ਤੇ ਉਸ ਵੈਪਨਸ ਦੇ ਵਿਚਾਲੇ ਯੂਕਰੇਨ ਦਾ ਸਮਾਨ ਵੀ ਲੱਗਦਾ। ਹਾਂ, ਯੂਕਰੇਨ ਦਾ ਸਮਾਨ ਨਹੀਂ, ਵੈਪਨਸ ਦੀ ਮੇਨਟੇਨੈਂਸ, ਯੂ ਸੀ, ਵੈਪਨਸ ਸਪੇਅਰਸ, ਐਂਸਿਲਰੀ ਸਪੋਰਟ, ਅਪਗ੍ਰੇਡੇਸ਼ਨ। ਇਟ ਇਜ਼ ਨਾਟ ਲਾਈਕ ਅਸੀਂ ਕੋਈ ਵੱਡੀ ਚੀਜ਼ ਖਰੀਦਣੀ ਹੈ, ਉਹ ਤਾਂ ਦੂਜੀ ਗੱਲ ਹੈ। ਜਿਹੜੇ ਐਗਜ਼ਿਸਟਿੰਗ ਵੈਪਨਸ ਹੈ ਉਹਨਾਂ ਦੀ ਮੇਨਟੇਨੈਂਸ ਸਪੋਰਟ, ਐਂਸਿਲਰੀਜ਼, ਸਪੇਅਰ ਪਾਰਟਸ, ਉਹ ਸਾਨੂੰ ਰੈਗੂਲਰ ਔਰ ਟਾਈਮਲੀ ਸਪਲਾਈ ਚਾਹੀਦੀ। ਉਹ 'ਤੇ ਆਪਾਂ ਰਸ਼ੀਆ ਲਈ ਡਿਪੈਂਡੈਂਟ ਹਾਂ। ਹੁਣ ਚਾਈਨਾ ਔਰ ਰਸ਼ੀਆ ਜਿੰਨੀ ਕਲੋਜ਼ ਆਈ ਜਾਣਗੇ, ਉਨਾ ਹੀ ਰਸ਼ੀਆ ਸਾਡੇ ਤੋਂ ਦੂਰ ਜਾਈ ਜਾਊਗਾ। ਔਰ ਸਾਡੀ ਜਿਹੜੀ ਰਸ਼ੀਆ ਦੀ ਰਿਲਾਇਬਿਲਿਟੀ ਹੈ ਔਨ ਵੈਪਨ ਸਪਲਾਈਜ਼ ਟੂ ਅਸ, ਸਪੇਅਰਸ, ਮੇਨਟੇਨੈਂਸ, ਉਹ ਉਨੀ ਸਾਡੀ ਪ੍ਰੋਬਲਮ ਪਏਗੀ ਸਾਨੂੰ। ਹੁਣ ਸਪਰਿੰਗ ਆ ਰਿਹਾ, ਜਿਸ ਤਰ੍ਹਾਂ ਕਹਿੰਦੇ ਨਾ ਗਰਮੀ ਪੈ ਰਹੀ ਹੈ ਤੇ ਲਦਾਖ ਔਰ ਅਰੁਣਾਚਲ ਵਿੱਚ ਜਿਹੜੀ ਸਨੋਜ਼ ਮੈਲਟ ਕਰ ਰਹੀਆਂ ਨੇ, ਸਾਨੂੰ ਹੁਣ ਖਤਰਾ ਪੈ ਰਿਹਾ ਕਿ ਚਾਈਨਾ ਇਸ ਮੌਕੇ ਦਾ ਫਾਇਦਾ ਉਠਾ ਕੇ ਸਲਾਮੀ ਸਲਾਈਸਿੰਗ ਹੋਰ ਕਰਨੀ ਸ਼ੁਰੂ ਕਰ ਦੇ। ਚਾਈਨਾ ਸਲਾਮੀ ਸਲਾਈਸਿੰਗ ਕਰਦਾ। ਤੁਸੀਂ ਸਿੱਧਾ ਇਹ ਕਰ ਰਹੇ ਹੋ ਕਿ ਰਸ਼ੀਆ ਨੇ ਇੱਕ ਮਾਡਲ ਦੇਤਾ ਹੁਣ?
रशिया ने मॉडल एक देता हैगा क्योंकि रशिया ने एक गल तो प्रूव करती है कि यूएन कुछ नहीं कर सकता, ठीक है। दूजी गल ये प्रूव करती है कि यूएस और यूरोपियन यूनियन लड़ाई नहीं करेंगे, वो सिर्फ सैंक्शनस की गल करेंगे, ठीक है। तो चाइना इस मॉडल ਨੂੰ अगर लैके ਜਾਂ ਤਾਇਵਾਨ ਤੇ कुछ प्रॉब्लम क्रिएट करे, क्योंकि ਤਾਇਵਾਨ ਨੂੰ ਮੰਦੀ ਆਪਣੀ ਰਿਪਬਲਿਕ ਹੈਗੀ, ਆਪਣੀ ਟੈਰੀਟਰੀ ਹੈ, ਜਾਂ ਇੰਡੀਆ ਉੱਪਰ ਹੌਲੀ ਹੌਲੀ ਅੰਦਰ ਆਈ ਜਾਏ ਔਰ ਕੱਟੀ ਜਾਏ ਸਾਡੀ ਟੈਰੀਟਰੀ, ਉਸ ਤੇ ਦੁਨੀਆ ਕੀ ਕਰ ਸਕਦੀ ਹੈ? ਕੇਪੀ ਜੀ ਇਹ ਸਵਾਲ ਹੈ। ਜਾਂ ਯੂਐਨ ਕੁਝ ਨਹੀਂ ਕਰ ਸਕਦਾ ਤੇ ਸਾਡਾ ਜਿਹੜਾ ਗਲੋਬਲ ਸਟ੍ਰੈਟੇਜਿਕ ਪਾਰਟਨਰ ਯੂਐਸ ਹੈ ਉਹ ਅੱਗੇ ਆਉਣ ਨੂੰ ਤਿਆਰ ਨਹੀਂ ਹੈਗਾ, ਤੇ ਮੈਨੂੰ ਦੱਸੋ ਕਿ ਸਾਡੇ ਮਦਦ ਲਈ ਕੌਣ ਆਊਗਾ? ਤੀਜਾ, ਸਾਡਾ ਰਸ਼ੀਆ ਜਿਹੜਾ ਮੇਨ ਆਰਮ ਸਪਲਾਇਰ ਹੈ ਉਹ ਆਪਣੇ ਪ੍ਰੈਸ਼ਰ ਦੇ ਅੰਡਰ ਹੈਗਾ, ਸੋ ਉਹ ਵੀ ਕੰਪਰੋਮਾਈਜ਼ ਹੋ ਰਿਹਾ। ਸੋ ਆਲ ਟੋਲਡ ਇੱਕ ਚਿੰਤਾ ਦਾ ਵਿਸ਼ੇ ਹੈ ਯੂਕਰੇਨ ਰਸ਼ੀਆ ਕਨਫਲਿਕਟ। ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਬੜੇ ਸੌਖੇ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਤੁਸੀਂ ਸੋਚਦੇ ਹੋ ਮੈਂ ਵੀ ਉਵੇਂ ਸੋਚਦਾ, ਤੇ ਉਸ ਤਰੀਕੇ ਨਾਲ ਹੀ ਮੈਂ ਚਾਹੁੰਦਾ ਕਿ ਜਵਾਬ ਮਿਲੇ, ਕਿਉਂਕਿ ਸਾਨੂੰ ਇਹ ਸਾਰਾ ਕੁਝ ਸਮਝਣਾ ਪਊਗਾ ਜਿਹੜੇ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ ਉਸ ਖਿੱਤੇ ਤੇ ਦਬਾਅ ਕਿੰਨਾ ਹੈਗਾ, ਉਸ ਦੀ ਸਥਿਤੀ ਅਸਲ ਵਿੱਚ ਕਿੰਨੀ ਹੈਗੀ ਹੈ। ਤੇ ਸਵਾਲ ਬੜਾ ਮਹੱਤਵਪੂਰਨ ਹੈ, ਜੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਜਾ ਕੇ ਰਸ਼ੀਆ ਦੇ ਵਿੱਚ ਬੈਠਦਾ ਹੈਗਾ ਤੇ ਫਿਰ ਸਵਾਲ ਹੋਰ ਵੱਡਾ ਹੋ ਜਾਂਦਾ। ਉਸ ਸਵਾਲ ਨੂੰ ਅਸੀਂ ਮਿਸ ਕਰਦੇ ਪਏ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਜਿਹੜਾ ਸਵਾਲ ਅਸੀਂ ਛੱਡ ਕੇ ਗਏ ਸੀ ਉਹ ਸਵਾਲ ਬੜਾ ਮਹੱਤਵਪੂਰਨ ਹੈ, ਤੇ ਮੈਨੂੰ ਲੱਗਦਾ ਇਸ ਸਵਾਲ ਨੂੰ ਅਸੀਂ ਸਾਰੇ ਮਿਸ ਕਰਦੇ ਪਏ। ਵਿਕਰਮਜੀਤ ਸਿੰਘ, ਇਹ ਸਵਾਲ ਅਸੀਂ ਕਿਉਂ ਛੱਡਦੇ ਪਏ ਹਾਂ? ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਦੋਂ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ, ਹਾਲਾਂਕਿ ਇਹ ਵੀ ਕਿਹਾ ਜਾ ਸਕਦਾ ਟੂਰ ਪਹਿਲਾਂ ਦਾ ਪਲਾਨ ਸੀਗਾ, ਪਰ ਸਵਾਲ ਇਹ ਹੈਗਾ ਵਿਕਰਮਜੀਤ, ਇਮਰਾਨ ਖਾਨ ਦੀ ਰਸ਼ੀਆ ਦੇ ਨਾਲ ਨਜ਼ਦੀਕੀ, ਚਾਈਨਾ ਦੇ ਨਾਲ ਪਹਿਲਾਂ ਹੀ ਕਲੋਜ਼ ਹੈ, ਅਮਰੀਕਾ ਨਾਲ ਸ਼ਾਇਦ ਰਿਸ਼ਤੇ ਉਹੋ ਜਿਹੇ ਨਹੀਂ ਹੈ ਜਿਹੜੇ ਸਾਨੂੰ ਦਿਖਦੇ ਪਏ ਆ, ਜੋ ਸਾਨੂੰ ਫੋਰਮ ਤੇ ਦਿਖਣੇ ਚਾਹੀਦੇ ਆ। ਉਹ ਸਾਡੇ ਲਈ ਖਤਰਾ ਹੈ ਕੋਈ? ਨਹੀਂ, ਬਿਲਕੁਲ ਖਤਰਾ ਹੈ ਕੇਪੀ ਜੀ, ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਸ ਟਾਈਮ ਤੇ ਜਾਣਾ ਉਹ ਇੱਕ ਜੀਓਪੋਲੀਟੀਕਲ ਸਿਗਨਲ ਸਭ ਨੂੰ ਭੇਜ ਰਹੇ ਨੇ। ਸਭ ਤੋਂ ਵੱਡਾ ਸਿਗਨਲ ਉਹ ਭੇਜ ਰਿਹਾ ਪਾਕਿਸਤਾਨ ਟੂ ਦ ਯੂਐਸ, ਕਿਉਂਕਿ ਪਾਕਿਸਤਾਨ ਯੂਐਸ ਨਾਲ ਹੁਣ ਉਹਨਾਂ ਦੇ ਵਿੱਚ ਡਿਫਰੈਂਸਿਸ ਆ ਗਏ ਨੇ। ਤੁਸੀਂ ਨੋਟ ਕਰੋ ਕਿ ਕੁਝ ਮਹੀਨੇ ਪਹਿਲੇ ਬੜੀ ਕੰਟਰੋਵਰਸੀ ਚੱਲੀ ਸੀ ਕਿ ਯੂਐਸ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨਾਲ ਫੋਨ ਤੇ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਜੀ। ਸੋ ਉਹਦਾ ਇਹ ਸਿਗਨੀਫਿਕੈਂਸ ਇਹ ਹੈਗਾ ਕਿ ਯੂਐਸ ਔਰ ਵੈਸਟ ਲਈ, ਯੂਰੋਪੀਅਨ ਯੂਨੀਅਨ ਲਈ ਸਪੈਸੀਫਿਕਲੀ, ਪਾਕਿਸਤਾਨ ਦੀ ਵੈਲਿਊ ਐਜ਼ ਅ ਜੀਓ ਸਟ੍ਰੈਟੇਜਿਕ ਪਿਵਟ ਉਹ ਘਟ ਰਹੀ ਹੈ, ਕਿਉਂਕਿ ਅਫਗਾਨਿਸਤਾਨ ਦਾ ਇਹਨਾਂ ਲਈ ਖਤਮ ਹੋ ਗਈ ਇਹ ਪ੍ਰੋਬਲਮ, ਰਾਈਟ, ਜਿੱਥੇ ਲੜ ਰਹੇ ਸੀਗੇ ਐਂਡ ਦੇ ਨੀਡਡ ਪਾਕਿਸਤਾਨੀ ਸਪੋਰਟ। ਸੋ ਹੁਣ ਪਾਕਿਸਤਾਨ ਦੀ ਜੀਓ ਸਟ੍ਰੈਟੇਜਿਕ ਸਿਗਨੀਫਿਕੈਂਸ ਫॉर द ਵੈਸਟ ਇਜ਼ ਡਿਕਲਾਈਨਿੰਗ। ਸੋ ਪਾਕਿਸਤਾਨ ਨੇ ਕੀ ਕੀਤਾ ਹੈ ਕਿ ਇਹ ਰਸ਼ੀਆ ਦੇ ਕੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਚਾਈਨਾ ਔਰ ਰਸ਼ੀਆ ਇੱਕ ਐਕਸਿਸ ਬਣੇ ਹੋਏ ਨੇ, ਨਾਲ ਪਾਕਿਸਤਾਨ ਜੁੜ ਜਾਂਦਾ ਹੈ ਤੇ ਇੱਕ ਬੜਾ ਫਾਰਮਿਡੇਬਲ ਐਕਸਿਸ ਆ ਜਾਂਦਾ ਹੈ। ਤੁਸੀਂ ਦੇਖੋ ਕੋਲਡ ਵਾਰ ਦੀ ਜਿਹੜੀ ਪੋਲਿਟਿਕਸ ਸੀ ਉਹ ਰਿਵਰਸ ਹੋ ਗਈ ਆਲਮੋਸਟ। ਉਸ ਟਾਈਮ 1971 ਵਾਰ ਵਿੱਚ ਚਾਈਨਾ, ਪਾਕਿਸਤਾਨ ਔਰ ਯੂਐਸ ਇਕੱਠੇ ਸੀਗੇ ਅਗੇਂਸਟ ਇੰਡੀਆ। ਹੁਣ ਚਾਈਨਾ, ਰਸ਼ੀਆ ਔਰ ਪਾਕਿਸਤਾਨ ਇਕੱਠੇ ਹੋਣ ਦੀ ਉਮੀਦ ਆ ਰਹੀ ਹੈ ਇੰਡੀਆ ਦੇ ਖਿਲਾਫ। ਇੰਡੀਆ ਵਿਲ ਬੀ ਅ ਟਾਰਗੇਟ ਬਿਕੋਜ਼ ਚਾਈਨਾ ਔਰ ਪਾਕਿਸਤਾਨ ਆਰ ਹੋਸਟਾਈਲ ਟੂ ਇੰਡੀਆ, ਔਰ ਰਸ਼ੀਆ ਜਿਹੜਾ ਹੈ ਉਹ ਇੰਡੀਆ ਨਾਲ ਉਹਦੀ। ਫਿਰ ਤਾਂ ਵਿਕਰਮ ਜੀ ਤੇ ਸਪਸ਼ਟ ਹੈ ਨਾ, ਫਿਰ ਇੰਡੀਆ ਤਾਂ ਵਾਕਈ ਮਜਬੂਰ ਹੈ, ਫਿਰ ਰਸ਼ੀਆ ਨੂੰ ਕਿਵੇਂ ਛੱਡ ਸਕਦਾ? ਉਹ ਕਿਵੇਂ ਉਸ ਤਰੀਕੇ ਨਾਲ ਕੰਡੈਮ ਕਰੂਗਾ ਇੰਡੀਆ? ਜਦੋਂ ਇੰਡੀਆ ਨੂੰ ਸਮਝ ਆ ਰਹੀ ਹੈ ਕਿ ਮੇਰੇ ਖਿਲਾਫ ਇਹ ਐਕਸੈਸ ਬਣਦਾ ਪਿਆ, ਨੈਕਸਸ ਬਣਦਾ ਪਿਆ, ਉਹ ਕਿਵੇਂ ਖਿਲਾਫ ਆ ਜਾਊਗਾ? ਨਹੀਂ, ਬਿਲਕੁਲ ਮਜਬੂਰੀ ਹੈ। ਔਰ ਤੁਸੀਂ ਦੇਖੋ ਕਿ ਇੰਡੀਆ, ਇਹ ਪੁਟਿਨ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਹੈ, ਉਹ ਇੱਕ ਬੰਦੇ ਨੇ ਪੂਰੀ ਦੁਨੀਆ ਵਿੱਚ ਜਿਹੜੇ ਸ਼ੀ ਜਿੰਪਿੰਗ ਨੂੰ ਸਿੱਧਾ ਫੋਨ ਉਠਾ ਕੇ ਗੱਲ ਕਰ ਸਕਦੇ ਨੇ ਤੇ ਉਹਨਾਂ ਨੂੰ ਕਹਿ ਸਕਦੇ ਨੇ ਕਿ ਤੁਸੀਂ ਇੰਡੀਆ ਤੇ ਜੋੜਾ ਪ੍ਰੈਸ਼ਰ ਘੱਟ ਕਰੋ। ਔਰ ਇੰਡੀਆ ਨੇ ਪੁਟਿਨ ਨੂੰ ਬਹੁਤ ਇਸ ਤੇ ਇਸਤੇਮਾਲ ਕੀਤਾ। ਤੁਹਾਨੂੰ ਯਾਦ ਹੋਏਗਾ ਕਿ ਵੂਹਨ 2018 ਵਿੱਚ ਜਦ ਪ੍ਰਧਾਨ ਮੰਤਰੀ ਮੋਦੀ ਜੀ ਵੂਹਨ ਗਏ ਸੀਗੇ, ਵੂਹਨ ਐਗਰੀਮੈਂਟ ਹੋਈ ਸੀ, ਤੁਰੰਤ ਬਾਅਦ ਮੋਦੀ ਜੀ ਫਲਿਊ ਟੂ ਮਾਸਕੋ ਔਰ ਪੁਟਿਨ ਨਾਲ ਜਾ ਕੇ ਗੱਲ ਕੀਤੀ ਉਹਨਾਂ ਨੇ, ਕਿਉਂਕਿ ਪੁਟਿਨ ਇੱਕ ਕਾਈਂਡ ਆਫ ਗਾਰੰਟਰ ਸੀ ਆਫ ਇੰਡੋ ਚਾਈਨਾ ਪੀਸ। 2020 ਵਿੱਚ ਜਦ ਲਦਾਖ ਵਿੱਚ ਚਾਈਨੀਜ਼ ਆਰਮੀ ਅੰਦਰ ਆ ਗਈ, ਉਹਦੇ ਬਾਅਦ ਰਸ਼ੀਆ ਨੇ ਸਾਡਾ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਸਟ ਕੀਤੀ ਇਨ ਮਾਸਕੋ, ਜਿਹਦੇ ਬਾਅਦ ਸਾਡੇ ਇੰਡੀਆ ਔਰ ਚਾਈਨਾ ਦੇ ਫੋਰਨ ਮਿਨਿਸਟਰਸ ਨੇ ਇੱਕ ਐਗਰੀਮੈਂਟ ਸਾਈਨ ਕੀਤੀ ਸਤੰਬਰ 2020 ਵਿੱਚ, ਉਹ ਰਸ਼ੀਆ ਦੀ ਮੀਡੀਏਸ਼ਨ ਦੇ ਥਰੂ। ਸੋ ਰਸ਼ੀਆ ਇੱਕ ਐਸਾ ਦੇਸ਼ ਹੈ, ਇੱਕ ਹੀ ਦੇਸ਼ ਹੈਗਾ
ਜਿਹੜਾ ਚਾਈਨਾ ਨੂੰ ਫੇਰ ਵੀ ਥੋੜਾ ਬਹੁਤਾ ਰੋਕ ਸਕਦਾ ਹੈਗਾ ਇਨ ਐਗਰੈਸ਼ਨ ਟੂਵਰਡਸ ਇੰਡੀਆ, ਕਿਉਂਕਿ ਰਸ਼ੀਆ ਔਰ ਇੰਡੀਆ ਦੇ ਬੜੇ ਪੁਰਾਣੇ ਰਿਲੇਸ਼ਨਸ ਨੇ। ਸੋ ਰਸ਼ੀਆ ਨਹੀਂ ਚਾਹੁੰਦਾ ਕਿ ਚਾਈਨਾ ਇੰਡੀਆ ਨੂੰ ਜ਼ਿਆਦਾ ਕ੍ਰਸ਼ ਕਰੇ, ਰਾਈਟ। ਰਸ਼ੀਆ ਹੀ ਹੈਗਾ ਜਿਹੜਾ ਇੰਡੀਆ ਨੂੰ ਸ਼ੰਘਾਈ ਕੋਆਪਰੇਸ਼ਨ SCO ਜਿਹੜਾ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ ਉਹਦੀ ਮੈਂਬਰਸ਼ਿਪ ਦਿਲਵਾਈ ਟੂ ਬੈਲੈਂਸ ਚਾਈਨਾ, ਟੂ ਬੈਲੈਂਸ ਆਊਟ ਚਾਈਨਾ। ਸੋ ਰਸ਼ੀਆ ਦੀ ਇੰਪੋਰਟੈਂਸ ਬਹੁਤ ਹੈ, ਬਟ ਅੱਜ ਪਾਕਿਸਤਾਨ ਦੇਖ ਰਿਹਾ ਹੈਗਾ ਕਿ ਰਸ਼ੀਆ ਔਰ ਇੰਡੀਆ ਦੇ ਜਿਹੜੇ ਸਟ੍ਰੈਟੇਜਿਕ ਇੰਟਰਸਟ ਨੇ ਉਹ ਡਾਇਵਰਜ ਹੋ ਰਹੇ ਨੇ। ਰਸ਼ੀਆ ਨੂੰ ਇੰਡੀਆ ਨੇ ਕਿਹਾ ਸੀਗੇ ਕਿ ਤੁਸੀਂ ਪਾਕਿਸਤਾਨ ਨੂੰ ਵੈਪਨਸ ਨਹੀਂ ਭੇਜਣੇ, ਪਰ ਰਸ਼ੀਆ ਨੇ ਉਹ ਵੀਟੋ ਨੂੰ ਖਤਮ ਕਰਤਾ। ਰਸ਼ੀਆ ਹੁਣ ਪਾਕਿਸਤਾਨ ਨੂੰ ਵੈਪਨਸ ਵੇਚ ਰਿਹਾ, ਹੈਲੀਕਾਪਟਰਸ ਵੇਚ ਰਿਹਾ, ਟੈਂਕਸ ਵੇਚ ਰਿਹਾ। ਰਸ਼ੀਆ ਔਰ ਪਾਕਿਸਤਾਨ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਕਰ ਰਹੇ ਨੇ। रशिया चाइना और पाकिस्तान दे इंटरेस्ट ऑन अफगानिस्तान सेम ने, ऑलमोस्ट मैचिंग ने। ਤੁਹਾਨੂੰ याद होएगा कि रशिया पाकिस्तान और चाइना की ट्राईलैटरल मीटिंग्स होंदियां सी ऑन अफगानिस्तान। सो एक दूजा कन्वर्जेंस ऑफ इंटरेस्ट अराइज हो रहा है बिटवीन पाकिस्तान एंड रशिया, और इंडिया और रशिया के जिहड़े इंटरेस्ट ने उहनां विच प्रॉब्लम्स आ रही हैं कन्वर्जेंस विच। ਜਿਹੜੇ ਨੈਟੋ ਦੀ ਗੱਲ ਕਰਦੇ ਹਾਂ ਅਸੀਂ ਉਧਰਲੇ ਨੈਟੋ ਦੀ ਗੱਲ ਕਰਦੇ ਹਾਂ, ਇੱਧਰ ਵੀ ਕੋਈ ਨੈਟੋ ਨਹੀਂ। ਮੈਂ ਇੱਕ ਗੱਲ ਹੋਰ ਤੁਹਾਨੂੰ ਐਡ ਕਰਾਂਗੇ ਹਿਸਟੋਰੀਕਲੀ KPG, ਵਿਚ ਇਜ਼ ਵੈਰੀ ਇੰਪੋਰਟੈਂਟ ਟੂ ਸੀ ਇਟ ਹਿਸਟੋਰੀਕਲੀ, ਕਿ ਜਦ ਵੀ ਰਸ਼ੀਆ ਔਰ ਵੈਸਟ ਵਿੱਚ ਟੈਂਸ਼ਨਸ ਵਧੀਆਂ ਨੇ, ਜਦ ਵੀ ਰਸ਼ੀਆ ਔਰ ਵੈਸਟ ਵਿੱਚ ਟੈਂਸ਼ਨਸ ਵਧੀਆਂ ਨੇ, ਚਾਈਨਾ ਹੈਜ਼ ਗੇਨਡ। ਤੁਸੀਂ ਬ੍ਰਿਟਿਸ਼ ਰਾਜ ਦੀ ਹਿਸਟਰੀ ਦੇਖੋ ਤੇ ਬ੍ਰਿਟਿਸ਼ ਰਾਜ ਨੂੰ ਸਭ ਤੋਂ ਵੱਡਾ ਥ੍ਰੈਟ ਲੱਗਦਾ ਸੀ ਰਸ਼ੀਆ, ਇਸ ਲਈ ਉਹਨਾਂ ਨੇ ਚਾਈਨਾ ਨੂੰ ਜ਼ਿਆਦਾ ਅਗਰੈਸਿਵਲੀ ਟੈਕਲ ਨਹੀਂ ਕੀਤਾ। ਦੈਟ ਇਜ਼ ਵਾਈ ਚਾਈਨਾ ਹੌਲੀ ਹੌਲੀ ਟਿਬੇਟ ਵਿੱਚ ਇਨਕਰੋਚ ਕਰਨ ਲੱਗ ਗਿਆ, ਕਿਉਂਕਿ ਬ੍ਰਿਟਿਸ਼ ਰਾਜ ਵਾਜ਼ ਪ੍ਰੀ ਆਕਿਊਪਾਈਡ ਵਿਦ ਰਸ਼ੀਆ, ਕਿ ਰਸ਼ੀਆ ਨਾ ਅੱਗੇ ਆ ਜਾਏ, ਹੇਠਾਂ ਆ ਜਾਏ, ਰਾਈਟ। ਡਿਊਰਿੰਗ ਦ ਕੋਲਡ ਵਾਰ ਜਦੋਂ ਸੋਵੀਅਤ ਯੂਨੀਅਨ ਵਰਸਸ ਅਮਰੀਕਾ ਸੀਗੀ, ਤਾਂ ਸੋਵੀਅਤ ਯੂਨੀਅਨ ਅਮਰੀਕਾ ਦੀ ਬੜੀ ਲੜਾਈ ਸੀਗੀ, ਕੋਲਡ ਵਾਰ ਚੱਲ ਰਹੀ ਸੀ, ਉਹਦੇ ਵਿੱਚ ਚਾਈਨਾ ਬੈਨੀਫਿਟ ਕਰ ਗਿਆ। ਰਿਚਰਡ ਨਿਕਸਨ ਫਲਿਊ ਟੂ ਬੀजिंग arranged by Pakistan, and China and US ਦੇ ਰਿਲੇਸ਼ਨਸ਼ਿਪ ਬਹੁਤ ਸਟਰੋਂਗ ਹੋ ਗਏ। ਸਾਰੀ ਇਨਫੈਕਟ ਚਾਈਨੀਜ਼ ਇਕੋਨਮੀ ਐਂਡ ਉਹਨਾਂ ਦੀ ਪ੍ਰੋਗਰੈਸ ਹੀ ਉਸ ਪੁਆਇੰਟ ਤੋਂ ਸ਼ੁਰੂ ਹੋਈ, ਕਿਉਂਕਿ ਚਾਈਨਾ ਔਰ US ਰਿਲੇਸ਼ਨਸ਼ਿਪ grew because of USSR versus America. So again now we are seeing direct conflict between Russia and the West. So ਇਹਦੇ ਵਿੱਚ again ਤੁਹਾਡੀ ਟੈਂਡੈਂਸੀ ਆ ਰਹੀ ਹੈ for China to gain. Global order change and China to gain. ਇਹ ਤੁਸੀਂ ਹਿਸਟੋਰੀਕਲੀ ਦੇਖੋ ਟ੍ਰੈਂਡ, ਜਦੋਂ ਵੀ ਇਹੋ ਜਿਹਾ ਕੁਝ ਹੋਇਆ ਚਾਈਨਾ ਨੇ ਗੇਨ ਕੀਤਾ। ਚਾਈਨਾ ਇਸ ਗੇਨ। ਮੈਂ ਨੈਟੋ ਵਾਲਾ ਸਵਾਲ ਕਰ ਰਿਹਾ ਸੀਗਾ, ਜਿਹੜਾ ਉਧਰਲੇ ਅਸੀਂ ਨੈਟੋ ਦੀ ਗੱਲ ਕਰਦੇ ਹਾਂ, ਕਿ ਏਸ਼ੀਆ ਦੇ ਵਿੱਚ ਵੀ ਕੋਈ ਇਹੋ ਜਿਹਾ ਨੈਟੋ ਦਾ ਕੰਪੈਰੀਜ਼ਨ ਕੀਤਾ ਜਾ ਸਕਦਾ? ਇਹ ਬਹੁਤ ਖਤਰਨਾਕ ਕੰਪੈਰੀਜ਼ਨ ਹੋ ਰਿਹਾ, ਔਰ ਉਹ ਕੰਪੈਰੀਜ਼ਨ ਹੋ ਰਿਹਾ ਹੈਗਾ ਕਿ ਚਾਈਨਾ ਕਹਿੰਦੀ ਹੈਗੀ ਹੈ, ਔਰ ਬੜੀ ਉਹ ਗੁੱਸੇ ਨਾਲ ਕਹਿੰਦੀ ਹੈ ਕਿ ਜਿਹੜਾ ਇੰਡੀਆ ਕੁਆਡੀਲੈਟਰਲ ਨੇਵਲ ਜਿਹੜਾ ਅਲਾਇੰਸ ਜਿਹਾ ਬਣਾਇਆ ਹੈ US ਇੰਡੀਆ ਜਾਪਾਨ ਔਰ ਆਸਟ੍ਰੇਲੀਆ, ਉਹਨੂੰ ਕਹਿੰਦੀ ਹੈ ਕਿ ਇਹ ਏਸ਼ੀਅਨ ਨੇਟੋ ਹੈਗਾ, ਜਿਹੜਾ US ਨੇ ਸਪਾਂਸਰ ਕਰਕੇ ਸਾਡੇ ਖਿਲਾਫ ਰੱਖਿਆ। ਏਸ਼ੀਅਨ ਨੈਟੋ ਉਹਨੂੰ ਏਸ਼ੀਅਨ ਨੈਟੋ ਕਹਿੰਦੀ ਹੈ ਕਿ ਏਸ਼ੀਅਨ ਨੈਟੋ ਹੈ, ਸਾਨੂੰ ਆਈਸੋਲੇਟ, ਸਾਨੂੰ ਕੰਟੇਨ ਕਰਨ ਲਈ, ਸਾਨੂੰ ਤੰਗ ਕਰਨ ਲਈ ਚਾਈਨਾ ਕਹਿੰਦਾ। ਔਰ ਉਹ ਇੰਡੀਆ ਨੂੰ ਦੇਖਦਾ ਕਿ ਇੰਡੀਆ ਇਹ ਏਸ਼ੀਅਨ ਨੇਟੋ ਦਾ ਇੱਕ ਪਿਵਟ ਬਣਿਆ ਹੋਇਆ। ਸੋ ਇਹ ਕਾਫੀ ਖਤਰਨਾਕ ਪਰਸੈਪਸ਼ਨ ਹੈਗੀ, ਕਿਉਂਕਿ ਤੁਸੀਂ ਦੇਖੋ ਜਿਹੜਾ ਯੂਕਰੇਨ ਵਿੱਚ ਵੀ ਹੋ ਰਿਹਾ, ਉਹਦੇ ਵਿੱਚ ਵੀ ਰਸ਼ੀਆ ਕਹਿੰਦੀ ਹੈ ਕਿ ਯੂਕਰੇਨ ਜਿਹੜਾ ਹੈ ਉਹ ਨੇਟੋ ਦਾ ਇੱਕ ਪਿਵਟ ਬਣਿਆ ਅਗੇਂਸਟ ਅਸ। ਸਾਡੇ ਬਾਰਡਰ ਤੇ ਇੱਕ ਨੇਟੋ ਨੇ ਆ ਕੇ ਆਪਣੀ ਇੱਕ ਪਪਟ ਸਟੇਟ ਜੀ ਬਣਾ ਕੇ ਉਹਨਾਂ ਨੂੰ ਵੈਪਨਸ ਦੇਈ ਜਾ ਰਹੇ ਨੇ, ਤੇ ਪੂਰਾ ਕਮਾਂਡ ਐਂਡ ਕੰਟਰੋਲ ਆਪਣੇ ਕੋਲ ਰੱਖ ਕੇ ਸਾਡੇ ਤੇ ਥ੍ਰੈਟ ਪਾਤਾ। ਯੂਕਰੇਨ ਮੋਹਰੇ ਵਜੋਂ ਪੇਸ਼ ਕੀਤਾ ਜਾ ਰਿਹਾ, ਯੂਕਰੇਨ ਨੂੰ ਅੱਗੇ ਲਾਇਆ ਗਿਆ। ਹਾਂ, ਅੱਗੇ ਕਿ ਇੱਕ ਐਸੀ ਸਟੇਟ ਹੈਗੀ ਹੈ ਬਿਲਕੁਲ ਸਾਡੇ ਬਾਉਂਡਰੀ ਤੇ, ਜਿਹੜੀ ਸਾਡੀ ਸਿਕਿਉਰਿਟੀ ਨੂੰ ਥ੍ਰੈਟ ਪੋਜ਼ ਕਰ ਰਹੀ ਹੈ ਐਟ ਦ ਬਿਹੈਸਟ ਆਫ US ਔਰ ਨੇਟੋ ਉਂਗਲ ਦੇਈ ਜਾ ਰਹੇ ਪਿੱਛੋਂ। ਔਰ ਸੇਮ ਚਾਈਨਾ ਕਹਿ ਰਹੀ ਹੈ ਇੰਡੀਆ ਨੂੰ ਕਿ ਯੂ ਆਰ ਪਾਰਟ ਆਫ ਏਸ਼ੀਅਨ ਨੇਟੋ, US ਤੁਹਾਨੂੰ ਸਪਾਂਸਰ ਕਰ ਰਿਹਾ। ਸੋ ਇਹ ਪੈਰਲਲ ਬੜੇ ਕਲੀਅਰ ਆ ਰਹੇ ਨੇ ਕਿ ਚਾਈਨਾ ਕੀ ਸੋਚਦੇ ਆ। ਚਾਈਨਾ ਕਹਿੰਦਾ ਕੁਆਡ, ਜਿਹੜੇ ਇੰਡੀਆ ਪਾਰਟ ਹੈ ਕੁਆਡ, ਜਿਹਨੂੰ ਕੁਆਡ ਕਹਿੰਦੇ, ਇਸ ਏਸ਼ੀਅਨ ਨੇਟੋ,
ਰਸ਼ੀਆ ਕਹਿੰਦਾ ਜਿਹੜਾ ਯੂਕਰੇਨ ਹੈ ਉਹ ਪਾਰਟ ਆਫ ਯੂਐਸ ਐਂਡ ਨੇਟੋ ਐਫਰਟ ਟੂ ਸਾਨੂੰ ਤੰਗ ਕਰਨ ਲਈ। ਸੋ ਇਹ ਕੋਈ ਚੰਗੀ ਪਰਸੈਪਸ਼ਨ ਨਹੀਂ ਹੈਗੀ ਸਾਡੇ ਇੰਟਰਸਟ ਲਈ। ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਬਹੁਤ ਸੌਖੇ ਸ਼ਬਦਾਂ ਦੇ ਵਿੱਚ ਵਿਕਰਮਜੀਤ ਹਰੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਵਿੱਚ ਹੈ। ਹਾਲਾਂਕਿ ਇਹ ਬਹੁਤ ਔਖਾ ਗਣਿਤ ਹੈ, ਇਸ ਨੂੰ ਸੌਖੇ ਸ਼ਬਦਾਂ ਵਿੱਚ ਸਮਝਿਆ ਜਾਣਾ ਬੜਾ ਔਖਾ ਲੱਗਦਾ, ਪਰ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਸਮਝ ਆ ਰਹੀਆਂ ਸਾਨੂੰ ਉਹਨਾਂ ਨੂੰ ਸਮਝਣਾ ਪਊਗਾ। ਇਕੱਲੇ ਇੱਥੋਂ ਤੱਕ ਨਾ ਤੁਸੀਂ ਇਹਨੂੰ ਦੇਖ ਕੇ ਦੇਖੋ ਕਿ ਇਹਦੇ ਅਸਰ ਕੀ ਹੋਣਗੇ, ਤੇਲ ਗੈਸ, ਇੱਥੋਂ ਤੱਕ ਕਣਕ ਦਾ ਵੀ ਅਸਰ ਹੋਊਗਾ, ਉਹਨੂੰ ਵੀ ਅਸੀਂ ਨਹੀਂ ਮੰਨਦੇ ਪਏਗੇ। ਰੂਸ ਯੂਕਰੇਨ ਦੇ ਵਿੱਚ ਕਣਕ ਦਾ ਵੀ ਬਹੁਤ ਵੱਡਾ ਵਪਾਰ ਹੁੰਦਾ। ਉਹ ਜਦੋਂ ਖਾਣ ਪੀਣ ਦੀਆਂ ਵਸਤਾਂ ਤੋਂ ਲੈ ਕੇ ਤੇ ਜਦੋਂ ਮਾਨਸਿਕ ਦਿਵਾਲੀਆਪਨ ਤੇ ਬੌਧਿਕ ਕੰਗਾਲੀ ਦਾ ਸ਼ਬਦ ਹੁੰਦਾ ਤੇ ਉਦੋਂ ਸਾਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਰੂਸ ਯੂਕਰੇਨ ਦਾ ਮਸਲਾ ਸਿਰਫ ਉੱਥੋਂ ਤੱਕ ਸੀਮਤ ਨਹੀਂ ਹੈਗਾ ਕਿ ਰਸ਼ੀਅਨ ਵਰਸਸ ਵੈਸਟ, ਸਾਡੇ 'ਤੇ ਵੀ ਬਹੁਤ ਵੱਡਾ ਅਸਰ ਹੈ। ਸਾਡੇ ਦੇ ਆਸ-ਪਾਸ ਇਹੋ ਜਿਹੀ ਘੇਰਾਬੰਦੀ ਹੋ ਰਹੀ ਹੈ ਜਿਹਨੂੰ ਅਸੀਂ ਅੱਜ ਨਹੀਂ ਸਮਝ ਪਾ ਰਹੇ। ਜੇ ਅੱਜ ਨਹੀਂ ਸਮਝਾਂਗੇ ਫਿਰ ਕੱਲ੍ਹ ਨੂੰ ਵੀ ਨਹੀਂ ਸਮਝ ਪਾਵਾਂਗੇ। ਸਵਾਲ ਅੱਜ ਫੋਰਨ ਪਾਲਿਸੀ 'ਤੇ ਉੱਠਦਾ ਪਿਆ ਤੇ ਫੋਰਨ ਪਾਲਿਸੀ ਹੈ ਜਿਹੜੀ ਉਹ ਵਾਰ-ਵਾਰ ਨਹੀਂ ਬਦਲਦੀ। ਕੀ ਭਾਰਤ ਦੀ ਫੋਰਨ ਪਾਲਿਸੀ ਹੈ ਬੜੇ ਸਾਲਾਂ ਤੋਂ ਇਹੋ ਜਿਹੀ ਚੱਲੀ ਆ ਰਹੀ ਹੈ ਜਾਂ ਹੁਣ ਆ ਕੇ ਬਦਲ ਗਈ? ਸਵਾਲ ਇਹੀ ਹੈ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵਿਊ ਪੁਆਇੰਟ ਦੇ ਵਿੱਚ ਵਿਕਰਮਜੀਤ ਸਾਡੇ ਨਾਲ ਮੌਜੂਦ ਹੈ। ਵਿਕਰਮਜੀਤ ਜਿਸ ਤਰੀਕੇ ਨਾਲ ਗੱਲ ਕਰਦੇ ਪਏ ਆ ਉਹ ਸਾਡੇ ਜਿਹੜੇ ਡਿਫੈਂਸ ਐਨਲਿਸਟ ਹੈਗੇ ਆ, ਉਹ ਡਿਫੈਂਸ ਐਨਲਿਸਟ ਜਿਹੜੇ ਇਹ ਮੰਨਦੇ ਆ ਕਿ ਅਸੀਂ ਸਾਹਮਣੇ ਨਾ ਕੁਛ ਕਹੀਏ ਤੇ ਉਸ ਤੋਂ ਬਾਅਦ ਫੋਨ ਤੇ ਸਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੇ, ਪਰ ਮੈਂ ਚਾਹੁੰਦਾ ਕਿ ਕੈਮਰੇ ਦੇ ਅੱਗੇ ਉਹ ਸਭ ਕੁਝ ਕੀਤਾ ਜਾਵੇ ਤੇ ਕੈਮਰੇ ਦੇ ਅੱਗੇ ਸੱਚ ਰੱਖਿਆ ਜਾਵੇ। ਵਿਕਰਮਜੀਤ ਸਿੰਘ, ਕੈਮਰੇ ਅੱਗੇ ਸੱਚ ਬੋਲਣਾ ਬੜਾ ਔਖਾ ਹੁੰਦਾ। ਵਿਕਰਮਜੀਤ, ਜਦੋਂ ਅਸੀਂ ਇਹ ਸਾਰੀ ਗੁੱਥੀ ਸੁਲਝਾਉਣ ਦੀ ਜਾਂ ਗੁੱਥੀ ਸਮਝਣ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਇੰਡੀਆ US ਰਿਲੇਸ਼ਨ ਆ ਜਿਹੜੇ ਉਹ ਉੱਥੋਂ ਤੱਕ ਵੇਖ ਕੇ ਰੱਖਦੇ ਹਾਂ ਕਿ ਸਾਡੇ ਤਾਂ ਪਹਿਲਾਂ ਤੋਂ ਅਸੀਂ ਇਸ ਤਰੀਕੇ ਨਾਲ ਚੱਲਦੇ ਪਏ ਹਾਂ। ਪਰ ਮੇਰਾ ਸਵਾਲ ਹੈ ਕਿ ਆਫਟਰ ਟਰੰਪ ਜੋ ਮਿਸਟਰ ਬਾਈਡਨ ਆਉਂਦੇ ਆ ਉਦੋਂ ਤੇ ਸਾਡੇ ਰਿਲੇਸ਼ਨ ਮਿਸਟਰ ਮੋਦੀ ਦੀ ਰਜੀਮ ਦੇ ਵਿੱਚ ਅੱਗੇ ਨਾਲ ਸੁਧਰੇ ਆ ਜਾਂ ਮਿਸਟਰ ਟਰੰਪ ਦੇ ਜਾਣ ਤੋਂ ਬਾਅਦ ਡਾਊਨ ਹੋਏ ਆ? ਨਹੀਂ, ਆਈ ਥਿੰਕ ਟਰੰਪ ਦੇ ਜਾਣ ਤੋਂ ਬਾਅਦ ਇੰਡੀਆ US ਰਿਲੇਸ਼ਨਸ਼ਿਪਸ ਕੁਝ ਘੱਟ ਡਿਕਲਾਈਨ ਕੀਤੇ ਨੇ। ਪ੍ਰਿੰਸੀਪਲੀ ਆਈ ਥਿੰਕ ਦੋ ਰੀਜ਼ਨ ਨੇ ਕਿ ਇੱਕ ਤਾਂ ਮੋਦੀ ਸਰਕਾਰ ਨੇ ਟਰੰਪ ਦੀ ਬਹੁਤ ਓਪਨਲੀ ਪੋਲੀਟੀਕਲ ਸਪੋਰਟ ਕੀਤੀ ਜੋ ਡੈਮੋਕ੍ਰੈਟਸ ਨੂੰ ਆਬਵੀਅਸਲੀ ਚੰਗੀ ਨਹੀਂ ਲੱਗੀ। ਜਿਸ ਤਰ੍ਹਾਂ ਮੋਦੀ ਸਾਹਿਬ ਦੇ ਸਲੋਗਨ ਸੀ ਅਬ ਕੀ ਬਾਰ ਟਰੰਪ ਕੀ ਸਰਕਾਰ, तो ये आई थिंक कोई ज़्यादा ही हद क्रॉस करके जी उन्होंने पॉलिटिक्स की एक दूजे कंट्री दे इंटरनल पॉलिटिक्स विच, सो उन्होंने साड़ा नुकसान पिया। दूजा आई थिंक जिहड़ी डेमोक्रेट्स ने इंडिया दी जिहड़ी करंट आइडियोलॉजीज़ ने या हिंदुत्व आइडियोलॉजीज़ ने जिहड़ियां माइनॉरिटीज़ नूं टारगेट करदियां ने, फ्रीडम ऑफ ह्यूमन राइट्स, ऑफ फ्रीडम ऑफ मीडिया, ऑफ प्रैस, उत्ते जिहड़े क्वेश्चन मार्क्स डेमोक्रेट्स ला रहे ने ਜਾਂ ਉਹਨਾਂ ਦੇ ਜਿਹੜੇ ਆਰਗੇਨਾਈਜੇਸ਼ਨਸ ਫਰੰਟਲ ਆਰਗੇਨਾਈਜੇਸ਼ਨਸ ਨੇ ਜਾਂ ਉਹਨਾਂ ਦੇ ਥਿੰਕਰਸ ਨੇ ਜਾਂ ਆਈਡੀਓਲੌਗਸ ਨੇ ਜਾਂ ਥਿੰਕ ਟੈਂਕਸ ਨੇ, ਉਹਦੇ ਨਾਲ ਵੀ ਇੰਡੀਆ ਤੇ ਉਹ ਡੈਮੋਕ੍ਰੈਟਸ ਪ੍ਰੈਸ਼ਰ ਪਾ ਰਹੇ ਨੇ। ਪਰ ਲੇਕਿਨ ਇਹਨਾਂ ਨੇ ਫਿਰ ਵੀ ਡੈਮੋਕ੍ਰੈਟਸ ਦ US ਅੰਡਰ ਦ ਡੈਮੋਕ੍ਰੈਟ ਸੋਚਿਆ ਕਿ ਚਲੋ ਚਾਈਨਾ ਇਜ਼ ਅ ਬਿਗਰ ਐਨਮੀ ਤੇ ਸਾਨੂੰ ਇੰਡੀਆ ਨੂੰ ਸਪੋਰਟ ਕਰਨੀ ਚਾਹੀਦੀ ਹੈ, ਤਾਂ ਇਹਨਾਂ ਨੇ ਸਪੋਰਟ ਜਾਰੀ ਫਿਰ ਵੀ ਰੱਖੀ। ਜਿਸ ਤਰ੍ਹਾਂ ਕੁਆਡ ਦੇ ਇਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਮੀਟਿੰਗਸ ਕੀਤੀਆਂ ਇਨ ਪਰਸਨ, ਪ੍ਰੈਜ਼ੀਡੈਂਟ ਆਫ ਅਮਰੀਕਾ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਜਾਪਾਨ ਔਰ ਆਸਟ੍ਰੇਲੀਆ ਸਾਰੇ ਇਕੱਠੇ ਮਿਲੇ ਨੇ ਰਾਈਟ US ਵਿੱਚ। ਲੇਕਿਨ ਇਹਨਾਂ ਨੇ ਚਲੋ ਇੰਡੀਆ ਦੀ ਜਿਹੜੀ ਵੱਡੀ ਆਰਮਸ ਪਰਚੇਜ਼ ਸੀ ਰਸ਼ੀਆ ਤੋਂ, ਲਾਈਕ ਫॉर ਐਗਜ਼ਾਮਪਲ S-400 ਐਂਟੀ ਮਿਜ਼ਾਈਲ ਸਿਸਟਮ, ਉਹ 'ਤੇ US ਕੈਟਸਾ ਜਿਹੜੀ ਇਹਨਾਂ ਦੀ ਸੈਂਕਸ਼ਨਸ ਰਜੀਮ ਹੁੰਦੀ ਆ ਕਿ ਜੋ ਵੀ ਰਸ਼ੀਆ ਨਾਲ ਡੀਲ ਕਰੇਗਾ ਉਹ 'ਤੇ ਅਸੀਂ ਸੈਂਕਸ਼ਨ ਹੈ, ਉਹ ਇਹਨਾਂ ਨੇ ਥੋੜ੍ਹਾ ਬਹੁਤਾ ਵੇਵਰ ਦੇ ਦਿੱਤਾ ਸੀਗਾ ਕਿਉਂਕਿ ਇੱਕ ਰੈਜੀਮੈਂਟ ਤਾਂ ਆ ਹੀ ਗਿਆ ਸਾਡੇ ਕੋਲ S-400 ਦਾ, 4 ਹੋਰ ਆਣੇ ਆ। ਲੇਕਿਨ ਹੁਣ ਜਿਹੜੀ ਇਹ ਰਸ਼ੀਆ ਦੇ ਉੱਪਰ ਪ੍ਰੋਬਲਮ ਪੈ ਗਈ ਆ ਨਾਲ ਯੂਕਰੇਨ ਵਿੱਚ, ਔਰ US ਕਹਿ ਰਿਹਾ ਇੰਡੀਆ ਨੂੰ ਬਾਰ-ਬਾਰ, ਪ੍ਰੈਜ਼ੀਡੈਂਟ ਬਾਈਡਨ ਦੀ ਵੀ ਸਟੇਟਮੈਂਟ ਆਈ ਹੈ ਪਰਸੋਂ ਆਈ ਥਿੰਕ ਥਰਸਡੇ ਨੂੰ, ਗਲੋਬਲ ਸਟ੍ਰੈਟੇਜਿਕ ਪਾਰਟਨਰ, ਹਾਂ ਕਿ ਹੈ ਤੇ ਸਾਡੇ ਗਲੋਬਲ ਸਟ੍ਰੈਟੇਜਿਕ ਪਾਰਟਨਰ, ਬਟ ਅਸੀਂ ਗੱਲਬਾਤ ਕਰ ਰਹੇ ਇੰਡੀਆ ਨਾਲ ਬਟ ਸਾਡੇ ਨਾਲ ਰਿਜ਼ੋਲਵ ਨਹੀਂ ਹੋ ਰਹੀ ਇੰਡੀਆ ਨਾਲ ਗੱਲ, ਕਿਉਂਕਿ US ਚਾਹੁੰਦਾ ਹੈ ਕਿ ਇੰਡੀਆ ਓਪਨਲੀ ਆ ਕੇ ਕੁਛ ਕਹੇ ਰਸ਼ੀਆ ਦੇ ਖਿਲਾਫ, ਪਰ ਇੰਡੀਆ ਦੀ ਆਪਣੀ ਮਜਬੂਰੀਆਂ ਜੋ ਅਸੀਂ ਪੂਰਾ ਡਿਸਕਸ ਕੀਤਾ ਹੈ। ਸੋ ਇਹਦਾ ਇਹ ਕੌਨਸੀਕੁਐਂਸ ਹੋ ਸਕਦਾ ਹੈ ਕਿ US ਦੀ ਸਟੈਂਡ ਥੋੜਾ ਇੰਡੀਆ ਦੇ ਉੱਪਰ ਹਾਰਡਨ ਨਾ ਹੋ ਜਾਏ, ਸਪੈਸ਼ਲੀ
ਜਿਹੜੇ ਰਸ਼ੀਆ ਤੋਂ ਵੈਪਨਸ ਅਸੀਂ ਖਰੀਦ ਰਹੇ ਹਾਂ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ। ਜਾਂ ਅਸੀਂ ਮੰਗਵਾਣੇ ਹੈ ਜਾਂ ਅਸੀਂ ਸਪੇਅਰਸ ਮੰਗਵਾਣੇ ਹੈ ਜਾਂ ਹੋਰ ਐਂਸਲਰੀ ਇਕਵਿਪਮੈਂਟ ਮੰਗਵਾਉਣਾ ਹੈ, ਉਹ ਤੇ ਕਿਤੇ ਇਹ ਹੁਣ ਰੀਕਨਸੀਡਰ ਨਾ ਕਰੇ ਆਪਣੀ ਪੋਜੀਸ਼ਨ ਔਨ ਇੰਪੋਜ਼ਿੰਗ ਕਾਟਸਾ ਸੈਂਕਸ਼ਨਸ। ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਵਿਕਰਮਜੀਤ, ਇਹ ਕੋਈ ਛੋਟੀ ਗੱਲ ਨਹੀਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਰੀਥਿੰਕ ਕਰ ਸਕਦਾ। ਯੈਸ, ਬਿਕੋਜ਼ ਦੇਖੋ ਇਹ ਰਸ਼ੀਆ ਯੂਕਰੇਨ ਕ੍ਰਾਈਸਿਸ ਨੇ ਸਾਰੀ ਜਿਹੜੀ ਇਕੁਏਸ਼ਨ ਸੀ ਉਹਨਾਂ ਨੂੰ ਇੱਕ ਬਿਲਕੁਲ ਡਾਇਨਾਮਿਕਸ ਹੀ ਬਦਲਤੀ ਹੈ। ਇੱਕ ਚਰਨਿੰਗ ਪ੍ਰੋਸੈਸ ਆ ਗਿਆ ਗਲੋਬਲ ਪੋਲੀਟੀਕਲ ਆਰਡਰ ਵਿੱਚ ਕਿ ਹੁਣ ਅਲਾਈਨਮੈਂਟਸ ਕੀ ਹੋਣਗੀਆਂ। ਨਹੀਂ, ਇੱਥੇ ਇੱਕ ਸਵਾਲ ਹੋਰ ਆ ਰਿਹਾ, ਹੋ ਸਕਦਾ ਉਹ ਸਵਾਲ ਤੁਹਾਡੇ ਖਿੱਤੇ ਦਾ ਨਾ ਹੋਵੇ, ਦਾਇਰੇ ਦਾ ਨਾ ਹੋਵੇ, ਪਰ ਇਹਦੇ ਵਿੱਚ ਕਿਹਾ ਰਿਹਾ ਇਕਨੋਮਿਕ ਪਾਲਿਸੀ ਦੇ ਵਿੱਚ ਇੰਡੀਆ ਹੋਰ ਰਾਈਜ਼ ਕਰੂਗਾ। ਇਸ ਸਵਾਲ ਨਾਲ ਐਗਰੀ ਕਰਦੇ ਹੋ ਤੁਸੀਂ? ਨਹੀਂ, ਇੰਡੀਆ ਦੀ ਦੇਖੋ ਇਕਨੋਮਿਕ ਫੋਰਕਾਸਟ ਸਾਰੇ ਜਿਹੜੇ ਵੱਡੇ ਥਿੰਕ ਟੈਂਕਸ ਨੇ, ਇਕਨੋਮਿਕ ਥਿੰਕ ਟੈਂਕਸ ਨੇ ਕਹਿ ਰਹੇ ਨੇ ਕਿ ਇੰਡੀਆ ਵਿਲ ਬੀ ਫੋਰਥ ਲਾਰਜੈਸਟ ਦੇ ਕੋਲ ਚੱਲ ਰਹੀ ਹੈ ਔਰ ਇਹ ਹੈਗਾ। ਲੇਕਿਨ ਰਸ਼ੀਆ ਯੂਕਰੇਨ ਕ੍ਰਾਈਸਿਸ ਪਹਿਲਾਂ ਤੇ ਕਰੂਡ ਆਇਲ ਤੇ ਇੰਪੈਕਟ, ਕਿਉਂਕਿ ਬ੍ਰੈਂਟ ਪ੍ਰਾਈਸਿਸ ਜੇ ਕਰੂਡ ਦੇ ਪ੍ਰਾਈਸਿਸ ਆਲਰੇਡੀ ਰਾਈਜ਼ਿੰਗ ਬਿਕਾਜ਼ ਆਫ ਦ ਕ੍ਰਾਈਸਿਸ, ਐਡੀਬਲ ਆਇਲਸ ਦੇ ਇੰਪੋਰਟਸ। ਫਿਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਪੈਣੀ ਹੈ ਕਿ ਜਿਹੜੀ ਯੂਰਪ ਔਰ ਅਮਰੀਕਾ ਰਸ਼ੀਆ ਤੇ ਸੈਂਕਸ਼ਨਸ ਇੰਪੋਜ਼ ਕਰ ਰਿਹਾ, ਉਹਦਾ ਇੰਪੈਕਟ ਸਾਡੇ ਤੇ ਪਏਗਾ। ਦੇਖੋ ਰਸ਼ੀਆ ਔਰ ਇੰਡੀਆ ਦਾ ਟ੍ਰੇਡ ਜਿਹੜਾ ਟ੍ਰੇਡ ਹੈ ਉਹ ਸਿਰਫ $10 ਬਿਲੀਅਨ ਹੈ, ਕੁਛ ਨਹੀਂ ਹੈ, ਜਸਟ $10 ਬਿਲੀਅਨ। whereas ਇੰਡੀਆ ਔਰ ਯੂਰਪੀਅਨ ਯੂਨੀਅਨ, ਇੰਡੀਆ ਔਰ ਅਮਰੀਕਾ ਦਾ ਟ੍ਰੇਡ ਫਿਗਰ ਬਹੁਤ ਹਾਈ ਨੇ। ਸੋ ਇਹ ਜਿਹੜੇ ਸੈਂਕਸ਼ਨਸ ਇੰਪੋਜ਼ ਕਰੇਗੀ ਰਸ਼ੀਆ ਉੱਪਰ, ਉਹਨੂੰ ਜਿਹੜਾ ਇੰਪੈਕਟ ਹੋਏਗਾ ਉਹ ਤਾਂ ਬਹੁਤ ਡੀਪ ਇੰਪੈਕਟ ਔਰ ਵਾਈਡ ਇੰਪੈਕਟ ਹੋਏਗਾ, ਕਿਉਂਕਿ ਯੂਰਪ ਤੇ ਵੀ ਇੰਪੈਕਟ ਆਏਗਾ ਉਹਦਾ। ਉਹ ਕਹਿੰਦੇ ਨੇ ਬੈਕ ਬਲੋ। ਫੋਰ ਐਗਜ਼ਾਮਪਲ ਹੁਣ ਇਹ ਗੱਲ ਕਰ ਰਹੇ ਨੇ ਕਿ ਜਿਹੜਾ ਯੂਰਪ ਦਾ ਸਵਿਫਟ ਬੈਂਕਿੰਗ ਸਿਸਟਮ ਹੈ ਕਿ ਇੱਕ ਕੰਟਰੀ ਤੋਂ ਦੂਜੀ ਕੰਟਰੀ ਬੈਂਕਿੰਗ ਟ੍ਰਾਂਜੈਕਸ਼ਨਸ ਜਾਂਦੀਆਂ ਨੇ, ਉਹ ਰਸ਼ੀਆ ਨੂੰ ਤੁਸੀਂ ਬੰਦ ਕਰ ਦਿਓ, ਪਰ ਉਹਦਾ ਇਹ ਨੈਗੇਟਿਵ ਇੰਪੈਕਟ ਆਏਗਾ ਬੈਕ ਔਨ ਯੂਰਪ, ਕਿਉਂਕਿ ਜਿਹੜੇ ਲੋਨਸ ਰਸ਼ੀਆ ਨੇ ਵਾਪਸ ਦੇਣੇ ਉਹ ਸਾਰੀ ਬਲੌਕ ਹੋ ਜਾਣਗੇ, ਇਹਨਾਂ ਦੀ ਸਾਰੀ ਪੇਮੈਂਟਸ ਰੁਕ ਜਾਣਗੀਆਂ। ਹੁਣ ਰਸ਼ੀਆ ਜਿਹੜਾ ਹੈ ਉਹ 50 to 60% ਆਫ ਗੈਸ ਐਨਰਜੀ ਸਪਲਾਈਜ਼ ਯੂਰਪ ਨੂੰ ਦੇ ਰਿਹਾ, ਮੈਨੀ ਕੰਟਰੀਜ਼ ਇਨ ਯੂਰਪ ਰਸ਼ੀਆ ਇਜ਼ ਗਿਵਿੰਗ ਗੈਸ ਸਪਲਾਈ। ਤੇ ਗੈਸ ਵਾਲੇ ਸਵਾਲ ਤੇ ਜਿਹੜਾ ਜਰਮਨੀ ਨੇ ਕਦਮ ਚੁੱਕਿਆ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਉਹ ਜਰਮਨੀ ਪਹਿਲਾਂ ਤਾਂ ਮੁੱਕਰ ਗਿਆ ਸੀਗਾ, ਬਿਕੋਜ਼ ਜਰਮਨੀ ਵਾਸ ਸਟਿਲ ਸਿੰਪੈਥੈਟਿਕ ਟੂ ਰਸ਼ੀਆ ਕਿ ਤੁਸੀਂ ਰਸ਼ੀਆ ਤੇ ਇੰਨਾ ਨਾ ਕਰੋ ਸੈਂਕਸ਼ਨ। ਬਟ ਹੁਣ ਆਈ ਥਿੰਕ ਜਰਮਨੀ ਇਜ਼ ਕਮਿੰਗ ਅੰਡਰ ਓਵਰਆਲ ਪ੍ਰੈਸ਼ਰ ਆਫ ਦੀ US ਐਂਡ ਦ ਯੂਰਪੀਅਨ ਯੂਨੀਅਨ ਕਿ ਤੁਸੀਂ ਦੇਖੋ ਇਹ ਤਾਂ ਸਭ ਤੋਂ ਵੱਡੀ ਗੱਲ ਡਿਪੈਂਡ ਕਰੇਗੀ ਇਨ ਦ ਫਿਊਚਰ। ਆਪਾਂ ਅੱਗੇ ਦੇਖੀਏ ਕਿ ਸੈਂਕਸ਼ਨਸ ਕਿੰਨੇ ਇਫੈਕਟਿਵ ਹੋਣਗੇ ਰਸ਼ੀਆ ਤੇ। ਇਹ ਸੈਂਟਰਲ ਕੁਐਸਚਨ ਹੈ ਕਿ ਸੈਂਕਸ਼ਨਸ ਕਿੰਨੇ ਇਫੈਕਟਿਵ, ਉਹ ਡਿਪੈਂਡ ਕਰੇਗਾ ਔਨ ਯੂਨਿਟੀ ਵਿਦਨ ਦ ਯੂਰਪੀਅਨ ਯੂਨੀਅਨ। ਤੁਹਾਨੂੰ ਲੱਗਦਾ ਕਿ ਇਸ ਸਾਰੇ ਹਾਲਾਤਾਂ ਤੋਂ ਬਾਅਦ ਜਦੋਂ ਅਸੀਂ ਇਸ ਨੂੰ ਖਤਮ ਕਰ ਚੁੱਕੇ ਹੋਵਾਂਗੇ, ਦੇ ਅਸਰ ਲੰਬੇ ਸਮੇਂ ਲਈ ਪੈਣਗੇ, ਉਹ ਲੱਗਦਾ ਤੁਹਾਨੂੰ ਰਸ਼ੀਆ ਦੇ ਹਾਲਾਤ ਆ ਜਿਹੜੇ ਮਾਲੀ ਪੱਧਰ ਤੇ ਇਹ ਸਾਰੀਆਂ ਇੰਪਲੀਕੇਸ਼ਨਸ ਨਾਲ ਰਸ਼ੀਆ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਡਾਊਨ ਹੋ ਜਾਊਗਾ, ਤੁਹਾਨੂੰ ਲੱਗਦਾ ਹੈ? ਪ੍ਰੋਸਪੈਕਟ ਬਿਲਕੁਲ ਹੈ, ਬਿਲਕੁਲ ਹੈ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਗਲੋਬਲ ਇਕੋਨਮੀ ਹੈ, ਹਰ ਇੰਟਰਡਿਪੈਂਡੈਂਸੀ ਹੈ। ਦੇਖੋ ਰਸ਼ੀਆ ਫੋਰ ਐਗਜ਼ਾਮਪਲ, ਰਸ਼ੀਆ ਦੀ ਜਿਹੜੀ ਡਿਫੈਂਸ ਇੰਡਸਟਰੀ ਹੈ ਉਹ ਬਹੁਤ ਵੱਡੀ ਇੰਡਸਟਰੀ ਹੈ। ਰਸ਼ੀਆ ਦੀ ਜਿਹੜੀ ਐਨਰਜੀ ਸਪਲਾਈਜ਼ ਨੇ ਉਹ ਬਹੁਤ ਵੱਡੀ ਹੈ, ਰੈਵਨਿਊਜ਼ ਬਹੁਤ ਆਉਂਦੇ ਨੇ। ਲੇਕਿਨ ਹੁਣ ਜਿਹੜੇ ਸੈਂਕਸ਼ਨਸ ਲੱਗ ਰਹੇ ਨੇ, ਫੋਰ ਐਗਜ਼ਾਮਪਲ ਹੁਣ US ਨੇ ਸੈਂਕਸ਼ਨ ਲਾ ਕੇ ਯੂਰਪੀਅਨ ਕੰਟਰੀਜ਼ ਤੋਂ US ਟੈਕਨੋਲੋਜੀ ਵਾਲੀਆਂ ਜਿਹੜੀਆਂ ਵੀ ਚੀਜ਼ਾਂ ਜਾਂਦੀਆਂ ਨੇ ਟੂ ਰਸ਼ੀਆ, ਲਾਈਕ ਸੈਂਸਰਸ, ਕਾਕਪਿਟ ਪੈਨਲਸ, ਸੈਮੀਕੰਡਕਟਰਸ, ਹੋਰ ਵੀ ਜਿਹੜੀਆਂ ਟੈਕਨੋਲੋਜੀ ਦੀ ਚੀਜ਼ਾਂ ਵਿਦ US ਓਰੀਜਨ ਹੈਗੀਆਂ, ਉਹ ਰਸ਼ੀਆ ਯੂਜ਼ ਨਹੀਂ ਕਰ ਸਕਦਾ ਨਾਓ ਇਨ ਦ ਡਿਫੈਂਸ ਇੰਡਸਟਰੀ, ਕਿਉਂਕਿ ਰਸ਼ੀਆ ਇੱਥੋਂ ਯੂਰਪ ਤੋਂ ਲੈ ਕੇ ਆਪਣੇ ਜੋੜ ਕੇ ਆਪਣੇ ਵੈਪਨ ਸਿਸਟਮ ਬਣਾਉਂਦਾ ਸੀ ਤੇ ਵੇਚਦਾ ਸੀ ਅੱਗੇ, ਉਹ ਉਹਨਾਂ ਨੇ ਹੁਣ ਰੋਕਤਾ। ਇੱਕ ਵਿਕਰਮ ਜੀ ਹਮੇਸ਼ਾ ਸਵਾਲ ਕੀਤਾ ਜਾਂਦਾ, ਕਹਿੰਦੇ ਜਦੋਂ ਵੀ ਕੋਈ ਜੰਗ ਲੱਗਦੀ ਹੈ, ਵੈਸੇ ਇਸ ਸੈਂਚੁਰੀ ਦੇ ਵਿੱਚ 22 ਸਾਲਾਂ ਦੇ ਵਿੱਚ ਹੀ ਇਹ ਜੰਗ ਹੈ ਸਾਡੇ ਸਾਹਮਣੇ ਖੜੀ ਹੈ, ਇਹ ਬਹੁਤ ਵੱਡਾ ਸਾਡੇ ਲਈ ਚਿੰਤਾ ਦਾ ਵਿਸ਼ਾ ਹੈਗਾ। ਪਰ ਹਮੇਸ਼ਾ ਜੋ ਜੰਗ ਲੱਗਦੀ, ਕਹਿੰਦੇ ਇੱਕ ਦੂਜੇ ਨੂੰ ਹਥਿਆਰ ਵੇਚਣੇ ਹੁੰਦੇ ਤਾਂ ਲੱਗਦੀ ਹੈ, ਤੁਹਾਨੂੰ ਇਹਦੇ ਵਿੱਚ ਉਹ ਵਾਲੀ ਗੇਮ ਲੱਗਦੀ ਹੈ ਜਾਂ ਨਹੀਂ ਲੱਗਦੀ? ਨਹੀਂ, ਬਿਲਕੁਲ ਲੱਗਦੀ ਹੈ ਜੀ। ਜਿਹੜਾ US ਤਾਂ ਸਭ ਤੋਂ ਵੱਡਾ ਇਹਦੇ ਵਿੱਚ ਗੇਮ ਖੇਡਦਾ ਵੈਪਨਸ ਦੀ। ਕਹਿੰਦੇ ਨਾ US ਵਿੱਚ ਹੈਗੀ ਇੱਕ ਫਿਨੋਮੀਨਨ ਕਾਲਡ ਮਿਲਟਰੀ ਇੰਡਸਟਰੀ ਕੰਪਲੈਕਸ, MIC। ਉਹਨੂੰ ਹਰ ਜਗ੍ਹਾ ਲੱਗਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਟੈਨਸ਼ਨ ਜਿੱਥੇ ਹੋਏਗੀ ਅਸੀਂ ਜਾ ਕੇ ਉੱਥੇ ਵੈਪਨਸ ਆਪਣੇ ਵੇਚ। ਅਸੀਂ RIC ਦੀ ਗੱਲ ਕਰਦੇ, ਤੁਸੀਂ MIC ਦੀ ਗੱਲ ਕਰਦੇ। MIC ਇਜ਼ ਮੋਰ ਪਾਵਰਫੁਲ ਦੈਨ RIC ਬਿਕੋਜ਼ ਉਹਨਾਂ ਦੀ ਜਿਹੜੀ ਵੈਪਨ ਸੇਲਸ ਨੇ ਗੋਜ਼ ਇਨਟੂ hundreds of billions of dollars। ਤੁਸੀਂ ਆਹ ਦੇਖ ਲਓ
ਕਿ US ਤਾਈਵਾਨ ਨੂੰ ਵੈਪਨਸ ਵੇਚ ਰਿਹਾ। ਤਾਈਵਾਨ ਜਿਹੜਾ ਅੰਡਰ ਚਾਈਨੀਜ਼ ਥ੍ਰੈਟ ਉਹਨੂੰ ਵੈਪਨਸ ਵੇਚ ਰਿਹਾ। ਜਦ ਇੰਡੀਆ ਨੂੰ ਚਾਈਨਾ ਦਾ ਥ੍ਰੈਟ ਪਿਆ ਤੇ ਇੰਡੀਆ ਨੇ ਕਿਹਾ US ਨੂੰ ਕਿ ਤੁਸੀਂ ਸਾਨੂੰ ਟੈਕਨੋਲੋਜੀ ਟ੍ਰਾਂਸਫਰ ਕਰੋ ਡਿਫੈਂਸ। US ਕਹਿੰਦਾ ਨਹੀਂ ਦੇਣੀ। ਇੰਡੀਆ ਨੇ ਕਿਹਾ ਚਲੋ ਸਾਨੂੰ ਵੈਪਨਸ ਲੀਜ਼ ਤੇ ਦੇ ਦਿਓ, ਇੰਨੇ ਮਹਿੰਗੇ ਨਾ ਵੇਚੋ ਸਾਨੂੰ। ਜਿਸ ਤਰ੍ਹਾਂ ਵਰਲਡ ਵਾਰ 2 ਵਿੱਚ US ਨੇ ਆਪਣੇ ਅਲਾਈਜ਼ ਨੂੰ ਲੀਜ਼ ਤੇ ਵੈਪਨ ਸਿਸਟਮ ਦਿੱਤੇ। US ਸੈਡ ਨੋ, ਤੁਸੀਂ ਮਾਰਕੀਟ ਰੇਟ ਤੇ ਲਓ। ਯੂਕਰੇਨ ਨੂੰ ਵੀ ਹੁਣ US ਵੈਪਨਸ ਟ੍ਰਾਂਸਫਰ ਕਰ ਰਿਹਾ। ਤਾਂ US ਦੀ ਇਹ ਗੇਮ ਸ਼ੁਰੂ ਤੋਂ ਰਹੀ ਹੈ ਕਿ ਜਿੱਥੇ ਕੌਨਫਲਿਕਟ ਹੋਏਗਾ ਉੱਥੇ ਅਸੀਂ ਆਪਣੇ ਵੱਡੇ ਵੱਡੇ ਹਥਿਆਰ ਵੇਚ ਸਕਾਂਗੇ। ਔਰ ਇਹ ਗੇਮ ਛੋਟੀ ਗੇਮ ਨਹੀਂ ਆ, ਇਹ ਗੇਮ ਡਰੱਗ ਟ੍ਰੇਡ ਤੋਂ ਵੀ ਕਿਤੇ ਅੱਗੇ ਵੱਡੀ ਗੇਮ ਆ। ਨਹੀਂ, ਇੰਨੀਆਂ ਜਾਨਾਂ, ਇੰਨੀਆਂ ਜ਼ਿੰਦਗੀਆਂ ਜਾਣੀਆਂ, ਇੰਨਾ ਵੱਡਾ ਨੁਕਸਾਨ ਹੋਣਾ, ਉਸ ਦੇ ਸਟੇਕ ਤੇ ਇਹ ਸਭ ਕੁਝ ਹੁੰਦਾ ਵਿਕਰਮ ਜੀ? ਮੇਰੇ ਲਈ ਬਹੁਤ ਔਖਾ ਜਿਹਾ ਸਵਾਲ। ਬਿਲਕੁਲ ਸਟੇਕ ਤੇ ਹੁੰਦਾ। ਤੁਸੀਂ ਐਵੀਡੈਂਸ ਹੀ ਦੇਖ ਲਓ। ਦੇਖੋ US ਦੀ ਤੁਸੀਂ ਇੰਟਰਵੈਂਸ਼ਨਿਸਟ ਫੋਰਨ ਪਾਲਿਸੀ ਦੇਖ ਲਓ। ਇਰਾਕ ਨੂੰ ਇਹਨਾਂ ਨੇ ਇਨਵੇਡ ਕੀਤਾ 2002 ਵਿੱਚ, ਠੀਕ ਹੈ, 2003 ਵਿੱਚ, ਔਰ ਕਹਿੰਦੇ ਜੀ ਇਰਾਕ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ। ਬਾਅਦ US ਆਪ ਮੰਨੀ ਕਿ ਉੱਥੇ ਤਾਂ ਵੈਪਨਸ ਆਫ ਮਾਸ ਡਿਸਟਰਕਸ਼ਨ ਸੀਗੇ ਨਹੀਂ, ਠੀਕ ਹੈ। ਲਿਬੀਆ ਨੂੰ ਇਹਨਾਂ ਨੇ ਖਤਮ ਕਰਤਾ, ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਕੋਈ ਬਹਾਨਾ ਲੈ ਕੇ ਵੀ ਆਰ ਗੋਇੰਗ ਇਨ ਫॉर ਡੈਮੋਕ੍ਰੇਸੀ, ਫॉर ਫਰੀडम ਆਫ ਐਕਸਪ੍ਰੈਸ਼ਨ, ਫॉर ਲਿਬਰਲ ਆਰਡਰ। ਇੱਕ ਆਖਰੀ ਸਵਾਲ ਦੇ ਵਿੱਚ ਆ ਮੈਂ ਇਹ ਕਹਿ ਰਿਹਾ ਕਿ US ਦੀ ਵੀ ਫੋਰਨ ਪਾਲਿਸੀ ਤੁਸੀਂ ਦੇਖੋ ਤੇ ਅੱਜ ਰਸ਼ੀਆ ਨੇ ਯੂਕਰੇਨ ਨੂੰ ਇਨਵੇਡ ਕੀਤਾ 2022 ਨੇ। 2003 ਵਿੱਚ US ਨੇ ਜਿਹੜਾ ਇਰਾਕ ਨੂੰ ਇਨਵੇਡ ਕੀਤਾ ਸੀ ਉਹ ਸੇਮ ਹੈ। ਇਨਫੈਕਟ ਕੁਝ ਲੋਕਾਂ ਦੀ ਕਹਿਣ ਦੀ ਇਹ ਗੱਲ ਹੈ ਕਿ ਅਗਰ US ਇਰਾਕ ਨੂੰ ਨਾ ਇਨਵੇਡ ਕਰਦਾ ਔਨ ਦੈਟ ਫਲਿਮਜ਼ੀ ਐਕਸਕਿਊਜ਼ ਇਨ 2002, ਸ਼ਾਇਦ ਰਸ਼ੀਆ ਦੀ ਉਨੀ ਜ਼ਰੂਰਤ ਨਾ ਪੈਂਦੀ ਆ ਯੂਕਰੇਨ ਨੂੰ। ਅੱਜ ਇਹ ਹਾਲਾਤ ਨਾ ਪੈਦਾ ਹੁੰਦੇ। ਮੇਰਾ ਆਖਰੀ ਸਵਾਲ ਹੈ ਵਿਕਰਮਜੀਤ, POK ਅਸੀਂ ਲੈਣਾ ਹੈ, ਇਹ ਬਿਆਨ ਹੁਣ ਬੰਦ ਹੋ ਜਾਣਗੇ? ਸਾਨੂੰ ਹੋਰ ਤਰੀਕੇ ਨਾਲ ਸੋਚਣਾ ਪਊਗਾ। POK ਤੇ ਬਿਆਨ ਤਾਂ KPG 2020 ਅਪ੍ਰੈਲ ਦੇ ਬਾਅਦ ਬੰਦ ਹੋ ਗਏ ਸੀਗੇ, ਜਦ ਲਦਾਖ ਵਿੱਚ ਚਾਈਨਾ ਨੇ ਆਪਣੀ ਹਮਲਾ ਕਰਤਾ। ਔਰ ਅੱਜ ਵੀ ਜਿਹੜੇ ਹਿੰਦੂਤਵਾ ਦੇ BJP ਦੇ ਕੁਝ ਥਿੰਕਰਸ ਜੋ ਆਪਣੇ ਆਪ ਨੂੰ ਕਹਿੰਦੇ ਨੇ, ਉਹ ਅੱਜ ਵੀ ਕਹਿੰਦੇ ਜੀ POK ਅਸੀਂ ਵਾਪਸ ਲੈ ਲਾਂਗੇ ਕਿਉਂਕਿ ਰਸ਼ੀਆ ਨੇ ਆਪਣਾ ਬਰਥ ਰਾਈਟ ਲੈ ਲਿਆ ਵਾਪਸ ਇਨ ਯੂਕਰੇਨ ਲੈ ਰਹੀ ਹੈ, ਤਾਂ ਸਾਡਾ ਵੀ ਬਰਥ ਰਾਈਟ ਹੈਗਾ ਟੂ ਟੇਕ ਬੈਕ POK। POK ਦਾ ਸਵਾਲ ਐਗਜ਼ਿਸਟ ਕਰਦਾ ਇਹ ਸਾਰੇ ਹਾਲਾਤਾਂ ਦੇ ਵਿੱਚ? ਐਗਜ਼ਿਸਟ ਕਰਦਾ ਕਿਉਂਕਿ ਦੇਖੋ ਅੰਡਰ ਦੀ ਸੈਸ਼ਨ ਟ੍ਰੀਟੀ ਜਿਹੜੀ ਮਹਾਰਾਜਾ ਨੇ ਸਾਈਨ ਕੀਤੀ ਸੀ ਕਸ਼ਮੀਰ ਨੇ, ਪੂਰਾ ਜੰਮੂ ਕਸ਼ਮੀਰ ਸਾਡੇ ਕੋਲ ਆਉਣਾ ਚਾਹੀਦਾ ਸੀ। ਚਾਈਨਾ, ਪਾਕਿਸਤਾਨ ਨੇ ਆਕਿਊਪਾਈ ਕਰ ਲਿਆ, ਪਾਕਿਸਤਾਨ ਨੇ ਕੁਝ ਪਾਰਟ ਚਾਈਨਾ ਨੂੰ ਅੱਗੇ ਦੇਤਾ। ਬਟ ਹੁਣ ਕੁਐਸਚਨ ਇਜ਼ ਨਾਟ ਆਫ ਰਾਈਟ, ਕੁਐਸਚਨ ਇਜ਼, ਸਵਾਲ ਇਹ ਹੁੰਦਾ ਕਿ ਮਾਈਟ, ਵੀ ਤੁਹਾਡੇ ਕੋਲ ਸ਼ਮਤਾ ਹੈਗੀ ਅੱਜ POK ਨੂੰ ਵਾਪਸ ਲੈਣ ਦੀ? ਕੀ ਤੁਹਾਡੇ ਕੋਲ ਸ਼ਮਤਾ ਹੈਗੀ ਅਕਸਾਈ ਚਿਨ ਨੂੰ ਵਾਪਸ ਲੈਣ ਦੀ, ਜਿਹੜੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ 2019 ਚ ਕਿਹਾ ਸੀਗਾ ਕਿ ਮੈਂ POK ਔਰ ਅਕਸਾਈ ਚਿਨ ਦੋਨੋਂ को वापस लूंगा और अपनी जान दे दूंगा? ਗੱਲ ਬੜੀ ਵਧੀਆ ਹੈ, ਬਟ ਕੀ ਤੁਹਾਡੇ ਕੋਲ ਸ਼ਮਤਾ ਹੈਗੀ? ਦੂਜਾ ਵੱਡਾ ਸਵਾਲ ਕਿ ਪਾਕਿਸਤਾਨ ਔਰ ਚਾਈਨਾ ਆਰਮੀ ਹੁਣ ਇਕੱਠੀ ਇੱਕ ਹੋ ਗਈਆਂ ਨੇ, ਤੇ ਤੁਸੀਂ ਅਗਰ ਪਾਕਿਸਤਾਨ ਤੇ ਹਮਲਾ ਕਰੋਗੇ ਤਾਂ ਚਾਈਨਾ ਤੁਹਾਡੇ ਤੇ ਕਾਊਂਟਰ ਹਮਲਾ ਕਰੇਗੀ, ਤੇ ਭਾਰਤ ਕੋਲ ਇੰਨੀ ਸ਼ਮਤਾ ਹੈ ਕਿ ਇਹ ਦੋ ਵੱਡੀਆਂ ਫੌਜਾਂ ਨੂੰ ਇੱਕ ਟਾਈਮ ਟੇਕ ਔਨ ਕਰ ਸਕਦੀ ਹੈ। ਸੋ ਮੈਨੂੰ ਲੱਗਦਾ ਹੈ ਜਿਹੜਾ POK ਦਾ ਸਵਾਲ ਹੈ, ਕਿਉਂਕਿ POK ਵਿੱਚ ਚਾਈਨਾ ਦਾ ਬੜਾ ਵੱਡਾ ਇਕਨੋਮਿਕ ਔਰ ਸਟ੍ਰੈਟੇਜਿਕ ਇੰਟਰਸਟ ਹੈ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਿਹੜਾ POK ਦੇ ਥਰੂ ਜਾਂਦਾ ਹੈ। ਸੋ ਅਗਰ ਅਸੀਂ ਉਹਨੂੰ ਛੇੜਿਆ, ਦੈਟ ਮੀਨਸ ਅਸੀਂ ਚਾਈਨੀਜ਼ ਇੰਟਰਸਟ ਨੂੰ ਫੰਡਾਮੈਂਟਲੀ ਚੈਲੰਜ ਕਰਾਂਗੇ ਔਰ ਉਹਦੇ ਉੱਪਰ ਆਣੀ ਹੈ ਬਹੁਤ ਵੱਡੀ ਰਿਟੈਲੀਏਸ਼ਨ। ਸੋ ਅਗਰ ਅਸੀਂ ਜ਼ਿਆਦਾ POK ਦੀ ਗੱਲਾਂ ਕੀਤੀਆਂ ਤੇ ਚਾਈਨਾ ਕਹੇਗਾ ਕਿ ਇਹ ਇੰਡੀਆ ਸਾਨੂੰ ਥ੍ਰੈਟਨ ਕਰੇਗਾ ਔਰ ਚਾਈਨਾ ਨੂੰ ਇੱਕ ਬਹਾਨਾ ਮਿਲ ਜਾਣਾ ਹੈ to do military aggression in Arunachal, in Ladakh, in maybe against Bhutan, which is our ਸਾਡਾ ਬੜਾ ਪੁਰਾਣਾ ਅਲਾਈਅੰਸ ਪਾਰਟਨਰ ਹੈ ਭੂਟਾਨ ਜੀ, ਉਹਦੇ ਖਿਲਾਫ। ਸੋ ਬੜੇ ਸੋਚ ਸਮਝ ਕੇ ਸਾਨੂੰ POK ਦੀ ਗੱਲ ਕਰਨੀ ਚਾਹੀਦੀ। ਪਹਿਲੀ ਗੱਲ ਹੈ ਕਿ ਸਾਡੇ ਕੋਲ ਸ਼ਮਤਾ ਹੈ ਕਿ ਨਹੀਂ ਹੈ, ਸਾਡਾ ਰਾਈਟ, ਅਕਸਾਈਚਨ ਵੀ ਸਾਡਾ ਰਾਈਟ ਹੈ, ਪਰ ਸ਼ਮਤਾ ਹੈ ਕਿ ਨਹੀਂ ਇਹ ਸਾਨੂੰ ਕੰਸੀਡਰ ਕਰਨੀ। ਟੂ ਫਰੰਟ ਵਾਰ ਜਿਹੜੀ ਅਸੀਂ ਲੜ ਸਕਦੇ ਹੁਣ ਟੂ ਫਰੰਟ ਵਾਰ ਵੀ ਨਹੀਂ ਕਹਿ ਸਕਦੇ ਜੀ, ਅਸੀਂ ਕਹਿ ਸਕਦੇ ਹਾਂ ਵਨ ਫਰੰਟ ਵਾਰ, ਜਿੱਥੇ ਪਾਕਿਸਤਾਨ ਔਰ ਚਾਈਨੀਜ਼ ਆਰਮੀ ਮਿਲ ਕੇ ਫਾਈਟ ਕਰਨਗੇ ਔਰ ਇਹਦੇ ਸਬੂਤ ਹੈਗੇ ਨੇ। ਪਾਕਿਸਤਾਨ ਔਰ ਚਾਈਨੀਜ਼ ਆਰਮੀ ਅੱਜ ਕੱਲ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਕਰਦੀ ਹੈ ਰੈਗੂਲਰਲੀ। ਫਰਸਟ ਟਾਈਮ ਇਨ ਟਿਬet ਪਾਕਿਸਤਾਨ ਔਰ ਚਾਈਨੀਜ਼ ਆਰਮੀ ਨੇ ਜੁਆਇੰਟ ਐਕਸਰਸਾਈਜ਼ ਕੀਤੀ ਸੀ ਲਾਸਟ ਈਅਰ, ਫਰਸਟ ਟਾਈਮ। ਪਾਕਿਸਤਾਨੀ ਆਰਮੀ ਆਫਿਸਰਸ ਔਰ ISI ਦੇ ਆਫਿਸਰਸ ਚਾਈਨੀਜ਼ ਸੈਂਟਰਲ ਮਿਲਟਰੀ ਕਮਿਸ਼ਨ ਵਿੱਚ ਬੈਠੇ ਹੋਏ ਨੇ ਫॉर ਲਾਇਜ਼ਨ ਐਂਡ ਸਿਨਰਜੀ, ਸਾਰੇ ਆਪਰੇਸ਼ਨਲ ਡਿਸਕਸ਼ਨ ਚਾਈਨਾ ਨਾਲ ਕਰ ਰਹੇ ਨੇ।
So it is becoming seamless one front war where China and Pakistan armies fight like in joint operations. ਚਲੋ ਬਹੁਤ ਧੰਨਵਾਦ ਵਿਕਰਮਜੀਤ, ਤੁਸੀਂ ਬਹੁਤ ਬੇਬਾਕੀ ਨਾਲ ਜਵਾਬ ਦਿੱਤੇ ਆ, ਬਹੁਤ ਧੰਨਵਾਦ ਤੁਹਾਡਾ। ਇਹ ਸਨ ਵਿਕਰਮਜੀਤ ਸਿੰਘ, ਇਹਨਾਂ ਨੇ ਬਹੁਤ ਨੇੜਿਓਂ ਦੇਖੀਆਂ ਸਰਹੱਦਾਂ ਤੇ ਉਹਨਾਂ ਦੇ ਬਾਰੇ ਕਵਰੇਜ ਵੀ ਕੀਤੀ ਹੈਗੀ ਹੈ। ਜੋ ਕਰਗਿਲ ਦੀ ਜੰਗ ਲੱਗੀ ਹੈ ਉਦੋਂ ਇਹ ਉੱਥੇ ਸੀਗੇ। ਇਹਨਾਂ ਸਾਰੇ ਹਾਲਾਤਾਂ ਨੂੰ ਜਿਸ ਤਰੀਕੇ ਨਾਲ ਵਿਕਰਮਜੀਤ ਨੇ ਦੱਸਿਆ ਭਵਿੱਖ ਦੀ ਗੋਦ ਵਿੱਚ ਹੈ, ਅੱਗੇ ਕੀ ਹੋਣਾ, ਪਰ ਅੱਜ ਸਾਨੂੰ ਇਹ ਸਮਝਣਾ ਪਊਗਾ ਕਿ ਜੇ ਅਸੀਂ ਇਹਨਾਂ ਸਵਾਲਾਂ ਨੂੰ ਅੱਜ ਨਾ ਪੁੱਛਿਆ ਤਾਂ ਸਾਨੂੰ ਅੱਗੇ ਨਹੀਂ ਸਮਝ ਆਉਣਾ ਭਵਿੱਖ ਕੀ ਹੈਗਾ। ਇਸ ਲਈ ਸਾਨੂੰ ਇਹ ਵਿਚਾਰ ਕਰਨਾ ਪਵੇਗਾ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂਗਾ। ਜੰਗ ਦੇ ਨਾਲ ਜਾਨਾਂ ਜਾਂਦੀਆਂ, ਨੁਕਸਾਨ ਬਹੁਤ ਹੁੰਦਾ, ਪਰ ਜਿਹੜੀ ਪਾਵਰ ਹੈ ਨਾ, ਪਾਵਰ ਬਹੁਤ ਕੁਝ ਕਰਾ ਦਿੰਦੀ ਹੈ। ਪੁਤਿਨ ਪਾਵਰ ਪਿੱਛੇ ਲੜ ਰਿਹਾ ਜਾਂ ਪੁਤਿਨ ਆਪਦਾ ਇਤਿਹਾਸ ਹੈ ਜਿਹੜਾ ਉਸ ਨੂੰ ਵਾਪਸ ਲੈਣ ਦੀ ਕੋਸ਼ਿਸ਼ ਵਿੱਚ ਹੈ। ਜੇ ਭਾਰਤ ਆਪਦਾ ਇਤਿਹਾਸ, ਆਪਦਾ ਵਿਰਸਾ ਵਾਪਸ ਲੈਣਾ ਚਾਹੁੰਦਾ ਤਾਂ ਉਸ ਤਰੀਕੇ ਨਾਲ, ਕਿਸ ਤਰੀਕੇ ਨਾਲ ਸਾਨੂੰ ਸੋਚਣਾ ਪਵੇਗਾ। ਇਹ ਸਾਰਾ ਕੁਝ ਹੈਗਾ। ਜੇ ਸਿਰਫ ਸਿਆਸੀ ਬਿਆਨਬਾਜ਼ੀਆਂ ਕਰਨੀਆਂ ਹੈਗੀਆਂ ਫਿਰ ਸਾਨੂੰ ਕੁਝ ਨਹੀਂ ਲੱਭਣਾਗਾ। ਜੇ ਸੱਚ ਲੁਕਾਉਣਾ ਹੈਗਾ ਫਿਰ ਸਾਨੂੰ ਕੁਝ ਨਹੀਂ ਲੱਭੇਗਾ। ਜੇ ਸੱਚ ਸਮਝਣਾ ਤੇ ਸਾਨੂੰ ਭੂਗੋਲਿਕ ਸਥਿਤੀਆਂ ਦੇ ਨਾਲ ਨਾਲ ਆਪਦੀ ਸਮਰੱਥਾ ਸਾਨੂੰ ਸਮਝਣੀ ਪਵੇਗੀ। ਉਸ ਤੋਂ ਬਾਅਦ ਸਾਨੂੰ ਸਵਾਲ ਚੁੱਕਣੇ ਪੈਣਗੇ ਕਿ ਅਸੀਂ ਕਿੱਥੇ ਖੜੇ ਹਾਂ। ਅੱਜ ਭਾਰਤ ਕਿੱਥੇ ਖੜਾ, ਸਾਡਾ ਸਵਾਲ ਹੀ ਸੀਗਾ, ਕਿਉਂਕਿ ਰੂਸ ਯੂਕਰੇਨ ਦੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਸਟੇਕ ਹੋਲਡਰ ਹੈ ਸਾਰੇ, ਚਾਹੇ ਉਹ ਵੈਸਟ ਦੇ ਹੈ ਤੇ ਚਾਹੇ ਇੱਥੇ ਸਾਰੇ ਜਿਹੜੇ ਏਸ਼ੀਆ ਖਿੱਤੇ ਦੇ ਵਿੱਚ ਹੈ, ਕਿ ਉਹ ਸਾਨੂੰ ਸਾਰਿਆਂ ਨੂੰ ਸਮਝਣਾ ਪਵੇਗਾ। ਵਿਕਰਮਜੀਤ ਸਿੰਘ ਨੇ ਕੀ ਕੁਝ ਦੱਸਿਆ ਹੈਗਾ, ਇਹ ਡਿਫੈਂਸ ਐਨਲਿਸਟ ਜਿਹੜੇ ਹੋਰ ਪੋਲੀਟੀਕਲ ਐਨਲਿਸਟ ਆ ਉਹ ਚੰਗੀ ਤਰ੍ਹਾਂ ਸਮਝ ਸਕਦੇ ਆ। ਮੈਨੂੰ ਜੋ ਕੁਝ ਪਤਾ ਸੀਗਾ ਮੈਂ ਪੁੱਛ ਲਿਆ, ਇਸ ਤੋਂ ਜ਼ਿਆਦਾ ਮੈਨੂੰ ਨਹੀਂ ਪਤਾ ਤੇ ਨਾ ਮੈਂ ਪੁੱਛ ਸਕਦਾ। ਬਹੁਤ ਧੰਨਵਾਦ।